श्री नानक पद पंकज बंदन सिमरो अंगद दुख निकंदन। अमरदास गुर हृदय ध्यावो श्री गुरु रामदास गुण गावो। श्री अर्जन विघ्नन के नासक श्री हरि गोबिंद शुभ सुमत प्रकाशक। श्री हरि राय नमकार जोड़ी गुर हरि कृष्ण मनाई बहोरी। तेग बहादुर परम कृपाला श्री गुरु गोबिंद सिंह विशाला। तरुण तरा पर पुन पुन सीसा बंदा बार बार जगदीसा। जिसमें अमृत ज्ञान है मानिक भगत वैराग। श्री गुरु ग्रंथ साहिब उदद बंद कर अनुराग। श्री गुरु शब्द कमाए जिना जीते पंच विकार। तिन संतन को बंदना सिर चरणन पर तार। एक अंकार सतगुरु तिह प्रसाद सच होई। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जीओ। दोहरा दिजबर खेड़ा सोयरी दुर्गा भगत विशाल। नित प्रत पूजा बहु करे धरे ज्ञान सब काल। दिजबर खेड़ा सोयरी दुर्गा भगत विशाल। नित प्रत पूजा बहु करे ध्यान ज्ञान सब काल। वाहिगुरु जी का खालसा वाहिगुरु जी की फतेह। परम सत्कार योग दसां ही पातशाहियां दे आत्मक स्वरूप मेरे साहिब सच्चे पातशाह शहनशाह धन धन श्री गुरु ग्रंथ साहिब जी महाराज जिन्हां दी बहुत ही अपार कृपा रहमत बख्शिश हुई है। वडभागी जन सतगुरां दी हजूरी विच सज करके इलाही गुरबाणी दा जाप सरवण कीता। उपरंत कीर्तन सरवण कीता ते हाजरियां भर रहे हो।
ਆਓ ਭਾਈ ਰੋਜ਼ਾਨਾ ਦੀ ਤਰ੍ਹਾਂ ਕੁਝ ਸਮੇਂ ਵਾਸਤੇ ਕਥਾ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕਥਾ ਵਿਚਾਰਾਂ ਦੇ ਨਾਲ ਸਾਂਝ ਪਾ ਕੇ ਸਤਿਗੁਰਾਂ ਦੇ ਉਪਦੇਸ਼ ਤੋਂ ਜਾਣੂ ਹੋਈਏ, ਤਾਂ ਜੋ ਆਪਣੇ ਮਨੁੱਖਾ ਜੀਵਨ ਨੂੰ ਸਫਲਿਆਂ ਕਰ ਸਕੀਏ, ਕਰ ਸਕਣ ਦਾ ਯਤਨ ਕਰੀਏ। ਗੁਰੂ ਪਿਆਰ ਵਾਲਿਓ, ਆਪ ਸਾਰਿਆਂ ਨੇ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਸੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪਾਸ ਇੱਕ ਪ੍ਰੇਮਾ ਕੋੜੀ ਆਇਆ ਸੀ। ਸਤਿਗੁਰਾਂ ਨੇ ਉਹਦੇ ਕੋੜ ਨੂੰ ਨਿਵਰਤ ਕੀਤਾ, ਵਡਿਆਈਆਂ ਬਖਸ਼ਿਸ਼ ਕੀਤੀਆਂ। ਸਤਿਗੁਰਾਂ ਨੇ ਆਨੰਦ ਕਾਰਜ ਵੀ ਕਰਾਏ, ਉਪਦੇਸ਼ ਦਿੱਤਾ। ਸਿੱਖੀ ਦੀ ਰੀਤ ਚਲਾਉਣ ਦੇ ਤਾਈਂ ਸਤਿਗੁਰਾਂ ਨੇ ਉਪਦੇਸ਼ ਦੇ ਕਰਕੇ ਨਵਾਜਿਆ। ਸਦਾ ਹੀ ਸਤਿਗੁਰਾਂ ਨੇ ਇਸ ਸੰਸਾਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਹੁਕਮ ਲਾਇਆ। ਸਤਿਨਾਮ ਵਾਹਿਗੁਰੂ ਦਾ ਨਾਮ ਜਪਣ ਦਾ ਉਪਦੇਸ਼ ਸਤਿਗੁਰੂ ਨੇ ਉਸ ਪ੍ਰੇਮੀ ਕੋਟੀ ਦਾ ਕੋੜ ਨਿਵਰਤ ਕਰਕੇ ਉਹਨੂੰ ਦਿੱਤਾ। ਇਹ ਜਿਹੜੀ ਸਾਰੀ ਕਥਾ ਵਿਚਾਰ ਸੀ, ਆਪ ਜੀਆਂ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤੀ ਸੀ। ਆਓ ਭਾਈ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਕਵੀ ਭਾਈ ਸੰਤੋਖ ਸਿੰਘ ਜੀਆਂ ਦੀ ਕਲਮ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਸੱਚੇ ਪਾਤਸ਼ਾਹ ਜੀਆਂ ਦਾ ਇਤਿਹਾਸ ਲਿਖਿਆ ਹੈ। ਆਓ ਭਾਈ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਇਸ ਵਡਮੁੱਲੀ ਕਥਾ ਵਿਚਾਰ ਦੇ ਅਰਥ ਸਤਿਗੁਰੂ ਜੀ ਦਾਸ ਦੀ ਰਸਨਾ ਉੱਤੇ ਵਸ ਕੇ ਬੁੱਧੀ ਉੱਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਸਤਿਗੁਰੂ ਜੀ ਆਪ ਕਰਵਾ ਲੈਣ। ਆਓ ਭਾਈ ਕਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਦਿਜਬਰ ਖੇਡਾ ਸੋਇਰੀ ਦੁਰਗਾ ਭਗਤ ਵਿਸਾਲ। ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਨੇ ਪ੍ਰੇਮੀ ਕੋੜੀ ਦਾ ਉਧਾਰ ਕੀਤਾ, ਉਹਦਾ ਕੋੜ ਨਿਵਰਤ ਕੀਤਾ, ਕੁਝ ਕੁ ਦਿਨਾਂ ਬਾਅਦ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਦੁਬਾਰਾ ਤੋਂ ਫੇਰ ਸੰਗਤਾਂ ਆਉਣ ਲੱਗ ਪਈਆਂ। ਬੜੀਆਂ ਸੰਗਤਾਂ ਆਉਂਦੀਆਂ ਨੇ, ਭੇਟਾਵਾਂ ਲਿਆਉਂਦੀਆਂ ਨੇ। ਉੱਥੇ ਹੀ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ ਇੱਕ ਪੰਡਤ, ਜਾਂ ਇਉਂ ਕਹਿ ਲੈਣਾ ਕਰੀਏ ਇੱਕ ਬ੍ਰਾਹਮਣ ਰਹਿਣ ਵਾਲਾ ਸੀ, ਜਿਹਦਾ ਨਾਮ ਸੀ ਖੇਡਾ। ਨਿਤ ਪ੍ਰਤ ਪੂਜਾ ਬਹੁ ਕਰੇ, ਧਰੇ ਗਿਆਨ ਸਭ ਕਾਲ। ਤੇ ਉਹ ਸੀ ਦੁਰਗਾ ਮਾਤਾ ਦਾ ਭਗਤ, ਜਿਸ ਦੇ ਕਰਕੇ ਦੁਰਗਾ ਮਾਤਾ ਦਾ ਭਗਤ ਸੀ, ਜਿਸ ਕਰਕੇ ਨਿਤਾ ਪ੍ਰਤੀ ਬੜੀ ਉਹਦੀ ਪੂਜਾ ਕਰਦਾ ਸੀ, ਦੁਰਗਾ ਦੇਵੀ ਦੀ। ਤੇ ਦੁਰਗਾ ਦੀ ਪੂਜਾ ਕਰਕੇ ਉਹਨੇ ਗਿਆਨ ਨੂੰ ਪਾਈ ਹਾਸਲ ਕੀਤਾ ਹੋਇਆ ਸੀ। ਚੌਪਈ ਨਰ ਸਮੁਦਾਇ ਮਿਲੇ ਟਿਕ ਆਵੇ। ਤੇ ਉਹਦਾ ਬੜਾ ਨਾਂ ਸੀ, ਚਾਰੇ ਪਾਸੇ ਬਹੁਤ ਜ਼ਿਆਦਾ ਜਿਹੜੇ ਮਨੁੱਖ ਨੇ ਨਾ ਉਹਨੂੰ ਆ ਕੇ ਭਾਈ ਮਿਲਦੇ ਹਨ। ਸ਼੍ਰੀ ਦੁਰਗਾ ਕੇ ਦਰਸ਼ਨ ਜਾਵੇ। ਤੇ ਨਾਲ ਮਿਲ ਕਰਕੇ ਕਈ ਤੇ ਆਉਂਦੇ ਨੇ, ਦਰਸ਼ਨ ਕਰਦੇ ਨੇ ਉਹਦੇ ਬ੍ਰਾਹਮਣ ਦੇ। ਤੇ ਕਈਆਂ ਨੂੰ ਉਹ ਜਿਹੜਾ ਬ੍ਰਾਹਮਣ ਹੈ ਨਾ ਸਾਧ ਸੰਗਤ ਜੀ ਨਾਲ ਲੈ ਕਰਕੇ ਦੁਰਗਾ ਦੇਵੀ ਦੇ ਦਰਸ਼ਨ ਕਰਨ ਜਾਂਦਾ ਹੈ। ਸੰਮਤ ਮਹਿ ਜੁਗ ਯਾਤਰਾ ਕਰਹੀ। ਕਵੀ ਜੀ ਦੱਸਦੇ ਨੇ ਕਿ ਇੱਕ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਸੰਗਤ ਲੈ ਕੇ ਉਹ ਜਾਂਦਾ ਹੈ ਦੁਰਗਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਲੈ ਕਰਕੇ ਜਾਂਦਾ ਹੈ। ਨਿਰਜਲ ਨਿਰਾਹਾਰ ਬ੍ਰਤ ਧਰਹੀ। ਤੇ ਜਿਵੇਂ ਹਿੰਦੂ ਧਰਮ ਦੀ ਮਰਿਆਦਾ ਹੈ ਬ੍ਰਤ ਰੱਖਣੇ, ਉਹਨਾਂ ਦੇ ਨਾਲ ਨਾਲੇ ਤੇ ਆਪ ਵੀ ਬ੍ਰਤ ਰੱਖਦਾ ਹੈ। ਬ੍ਰਤ ਤੋਂ ਭਾਵ ਵਰਤ ਰੱਖਣਾ। ਕਵੀ ਜੀ ਕਹਿੰਦੇ ਨੇ ਪਾਣੀ ਨਾ ਛਕਣ ਦਾ ਵਰਤ, ਭੋਜਨ ਨਾ ਛਕਣ ਦਾ ਜਿਹੜਾ ਵਰਤ ਹੈ ਨਾ ਉਹ ਰੱਖਣਾ ਕਰਦਾ ਹੈ। ਇੱਕ ਵਾਰੀ ਯਾਤਰਾ ਕੋ ਚੱਲਿਓ। ਇੱਕ ਵਾਰੀ ਕੀ ਹੋਇਆ ਕਿ ਜਦੋਂ ਯਾਤਰਾ ਤੇ ਜਾਣ ਲੱਗਾ ਹੈ, ਤਿਸ ਕੇ ਸੰਗ ਬ੍ਰਿੰਦ ਨਰ ਮਿਲਿਓ। ਭਾਈ ਉਹਦੇ ਨਾਲ ਬੜੇ ਮਨੁੱਖ ਆ ਕੇ ਮਿਲੇ।
ਜਦੋਂ ਉਹਨੇ ਯਾਤਰਾ ਤੇ ਜਾਣਾ ਸੀ, ਕਈ ਜਿਹੜੇ ਲੋਕ ਸੀ ਉਹਦੇ ਚੇਲੇ ਜੁੜੇ ਹੋਏ ਨਾਲ ਉਹਦੇ, ਬੜੇ ਆ ਕੇ ਭਾਈ ਮਿਲੇ ਹਨ। ਚਲਤ ਪੰਥ ਮਹਿ ਗੁਰਪੁਰ ਆਵਾ। ਤੇ ਜਦੋਂ ਚੱਲਿਆ ਏ ਤੇ ਚੱਲਦਾ ਚੱਲਦਾ ਜਿੱਥੇ ਗੁਰਪੁਰ ਤੋਂ ਭਾਵ ਕਹਿ ਲੈਣਾ ਕਰੋ ਸਤਿਗੁਰਾਂ ਦਾ ਸਥਾਨ ਸੀ, ਉੱਥੇ ਆਏ ਹਨ। ਦਰਸ਼ਨ ਕਰਬੇ ਕੋ ਲਲਚਾਵਾ। ਤੇ ਸਤਿਗੁਰਾਂ ਦੇ ਤਾਈਂ ਵਡਿਆਈ ਬੜੀ ਸੁਣੀ ਸੀ, ਸਤਿਗੁਰਾਂ ਦਾ ਨਾਮ ਬੜਾ ਸੁਣਿਆ ਹੋਇਆ ਸੀ, ਕਿਉਂਕਿ ਉਸ ਵਕਤ ਸਤਿਗੁਰਾਂ ਦਾ ਜਸ ਚਾਰੇ ਪਾਸੇ ਫੈਲਿਆ ਸੀ। ਸਤਿਗੁਰਾਂ ਦੀ ਵਡਿਆਈ ਬੜੀ ਸੁਣੀ ਸੀ ਤੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰ ਚਲੀਏ। ਭਇਓ ਠਾਣ ਜਬ ਗੁਰ ਕੇ ਦੁਆਰੇ। ਤੇ ਇਸ ਤਰ੍ਹਾਂ ਮਨ ਦੇ ਵਿੱਚ ਲਲਚਾ ਕਰਕੇ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ ਤੇ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਪਾਈ ਗਿਆ ਹੈ। ਤਬ ਸਿੱਖਣ ਏਮ ਬਾਕ ਉਚਾਰੇ। ਉੱਥੇ ਖੜਿਆ ਜਾ ਕੇ ਤੇ ਖੜੇ ਨੂੰ ਵੇਖ ਕਰਕੇ ਜਦੋਂ ਅੰਦਰ ਜਾਣ ਲੱਗਾ ਤੇ ਜਿਹੜੇ ਗੁਰੂ ਦੇ ਸਿੱਖ ਸੀ ਪਹਿਰੇਦਾਰ ਸਿੰਘ, ਉਹਨਾਂ ਨੇ ਪਾਈ ਇਸ ਤੇ ਤਾਈ ਇਸ ਤਰ੍ਹਾਂ ਬਚਨ ਕੀਤੇ ਹਨ। ਗੁਰ ਆਗਿਆ ਕੋ ਸੁਨਬੋ ਕਰੀਐ। ਕਹਿਣ ਲੱਗੇ ਬ੍ਰਾਹਮਣ ਜੀ ਇੱਕ ਮਿੰਟ ਰੁਕ ਜਾਓ, ਪਹਿਲਾਂ ਜਿਹੜੀ ਗੁਰੂ ਸਾਹਿਬ ਦੀ ਆਗਿਆ ਹੈ ਨਾ ਉਹਨੂੰ ਸੁਣਨਾ ਕਰੋ। ਬਹੁਰਨ ਗੀਤ ਪੌਰ ਮਹਿ ਬਰੀਐ। ਤੇ ਪਹਿਲਾਂ ਸਤਿਗੁਰਾਂ ਦੀ ਆਗਿਆ ਦਾ ਪਾਲਣ ਕਰੋ ਤੇ ਫਿਰ ਤੁਸੀਂ ਅੰਦਰ ਜਾਣਾ। ਇਸ ਤਰ੍ਹਾਂ ਜਿਹੜੇ ਗੁਰੂ ਦੇ ਪਹਿਰੇਦਾਰ ਸਿੰਘ ਸੀ ਨਾ, ਉਹਨਾਂ ਨੇ ਇਸ ਬ੍ਰਾਹਮਣ ਨੂੰ ਕਹਿਣਾ ਕੀਤਾ। ਪ੍ਰਥਮ ਦੇਗ ਤੇ ਅਚਬ ਹੋ ਜਾਏ। ਸਤਿਗੁਰਾਂ ਨੇ ਹੁਕਮ ਲਾਇਆ ਹੈ ਕਿ ਭਾਵੇਂ ਕੋਈ ਰਾਜਾ ਆਵੇ, ਭਾਵੇਂ ਕੋਈ ਭਾਵੇਂ ਕੋਈ ਭਿਖਾਰੀ ਆਵੇ, ਅਮੀਰ ਗਰੀਬ ਪੀਰ ਫਕੀਰ ਆ ਜਾਣ, ਸਾਰਿਆਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਹੁਕਮ ਲਾਇਆ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਕਰੇ ਪਹਿਲਾਂ ਗੁਰੂ ਦੇ ਲੰਗਰਾਂ ਵਿੱਚ ਜਾ ਕੇ ਭੋਜਨ ਛਕੇ। ਪਿੱਛੇ ਗੁਰ ਦਰਸ਼ਨ ਕੋ ਪਾਏ। ਤੇ ਉਪਰੰਤ ਫਿਰ ਜਿਹੜੇ ਸਤਿਗੁਰੂ ਸਾਹਿਬ ਮਹਾਰਾਜ ਜੀ ਤੁਹਾਨੂੰ ਦਰਸ਼ਨ ਦੇਣਗੇ, ਉਹ ਵੀ ਅਰਥ ਬਣਦਾ ਕਿ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਲੈਣਾ। ਸੁਨ ਕਰ ਖੇਡੇ ਕੀਨ ਵਿਚਾਰਨ। ਇਸ ਤਰ੍ਹਾਂ ਜਦੋਂ ਸੁਣਿਆ ਏ ਕਿ ਸਤਿਗੁਰੂ ਸਾਹਿਬ ਮਹਾਰਾਜ ਨੇ ਆ ਹੁਕਮ ਲਾਇਆ ਤੇ ਸੁਣ ਕਰਕੇ ਭਾਈ ਨੇ ਵਿਚਾਰ ਕੀਤੀ ਹੈ। ਮੈਂ ਕਿਮ ਕਰਹੁ ਨੇਮ ਨਿਵਾਰਨ। ਹੁਣ ਇਹ ਸਾਧ ਸੰਗਤ ਦੀ ਬ੍ਰਾਹਮਣ ਸੀ, ਹੁਣ ਬ੍ਰਾਹਮਣਾਂ ਨੇ ਆਪਣੀ ਸੁਚਮਤਾ ਰੱਖਣੀ ਸੀ, ਧਰਮ ਦੇ ਅਨੁਸਾਰ ਅੱਜ ਵੀ ਰੱਖਦੇ ਨੇ। ਤੇ ਕਹਿਣ ਲੱਗਾ ਕਿ ਸਤਿਗੁਰਾਂ ਨੇ ਹੁਕਮ ਲਾਇਆ ਲੰਗਰ ਛਕਣ ਦਾ, ਮੈਂ ਆਪਣੀ ਮਰਿਆਦਾ ਨੂੰ ਕਿਵੇਂ ਹਟਾ ਦਵਾਂ। ਸੁਚ ਕਰ ਕਰੋ ਆਹਾਰ ਹਮੇਸ਼ੂ। ਕਿਉਂਕਿ ਮੈਂ ਸੁਚਮਤਾ ਦੇ ਨਾਲ ਹਮੇਸ਼ਾ ਭੋਜਨ ਛਕਦਾ, ਕਿ ਮੇਰੀ ਬੜੀ ਸੁਚਮਤਾ ਏ। ਮੈਂ ਚੌਂਕੇ ਦੇ ਉੱਤੇ ਗਾਂ ਦੇ ਗੋਹੇ ਦੀ ਮੈਂ ਜਿਹੜੀ ਲੀਕ ਖਿੱਚਦਾ, ਕਾਰ ਪੋਚਾ ਲਾ ਕੇ ਫਿਰ ਭੋਜਨ ਤਿਆਰ ਕਰਦਾ ਸੁੱਚੇ ਬਰਤਨਾਂ ਦੇ ਵਿੱਚ। ਕਹਿਣ ਲੱਗਾ ਮੇਰਾ ਤੇ ਬੜਾ ਨੇਮ ਹੈ, ਸੁਚਮਤਾ ਹੈ, ਮੈਂ ਕਿਵੇਂ ਇਹਨੂੰ ਛੱਡ ਦੇਵਾਂਗਾ। ਗੁਰ ਕੀ ਦੇਗ ਪਰਵੇਸ਼ ਅਸ਼ੇਸ਼ੂ। ਤੇ ਕਹਿ ਮਨ ਦੇ ਵਿੱਚ ਵਿਚਾਰ ਕਰਦਾ ਸਾਧ ਸੰਗਤ ਜੀ ਕਿ ਮੇਰੀ ਬੜੀ ਸੁਚਮਤਾ ਹੈ, ਮਰਿਆਦਾ ਹੈ, ਮੈਂ ਬ੍ਰਾਹਮਣ ਹਾਂ, ਪਰ ਗੁਰੂ ਦੇ ਲੰਗਰਾਂ ਦੇ ਵਿੱਚ ਬੜੀ ਆਵਾਜਾਈ ਲੱਗੀ ਰਹਿੰਦੀ ਹੈ। ਕਹਿਣ ਤੋਂ ਭਾਵ ਕਿ ਗੁਰੂ ਦੇ ਲੰਗਰ ਦੇ ਵਿੱਚ ਤੇ ਹਰ ਕੋਈ ਆਉਂਦਾ ਜਾਂਦਾ, ਉੱਥੇ ਨਾ ਕੋਈ ਸ਼ੂਦਰ ਵੇਖਿਆ ਜਾਂਦਾ, ਨਾ ਕੋਈ ਵੈਸ ਬ੍ਰਾਹਮਣ ਖੱਤਰੀ, ਕੋਈ ਉਹਨਾਂ ਦੇ ਵਿੱਚ ਭੇਦ ਭਾਵ ਨਹੀਂ ਹੈ। ਅਸੀਂ ਉੱਚੀ ਜਾਤੀ ਦੇ ਆਂ, ਗੁਰੂ ਦੇ ਲੰਗਰਾਂ ਵਿੱਚ ਜਾਤ ਦਾ ਭੇਦ ਭਾਵ ਨਹੀਂ ਕੀਤਾ ਜਾਂਦਾ। ਪਿਆਰਿਓ ਇਸ ਤਰ੍ਹਾਂ ਹੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ। ਆਸ਼ਰਮ ਵਰਨ ਨੇਮ ਵਿਵਹਾਰ। ਕਹਿਣ ਲੱਗਾ ਕਿ ਜਿਹੜਾ ਮੇਰਾ ਆਸ਼ਰਮ ਹੈ ਨਾ, ਧਰਮ ਤੇ ਨੇਮ ਤੇ ਵਿਵਹਾਰ, ਗੁਰ ਕੋ ਮਿਲੇ ਸਕਲ ਨਿਰਵਾਰ। ਤੇ ਜੇ ਮੈਂ ਗੁਰੂ ਨੂੰ ਮਿਲਾਂਗਾ ਤਾਂ ਮੈਂ ਸਾਰਾ ਕੁਝ ਮੈਨੂੰ ਛੱਡਣਾ ਪੈਣਾ। ਜੇ ਗੁਰੂ ਨੂੰ ਜਾ ਕੇ ਮਿਲਿਆ ਮੇਰਾ ਧਰਮ ਹੈ, ਕਿਉਂਕਿ ਗੁਰੂ ਨੂੰ ਮਿਲਣ ਵਾਸਤੇ ਪਹਿਲਾਂ ਮੈਨੂੰ ਲੰਗਰ ਛਕਣਾ ਪੈਣਾ। ਜਾ ਕੇ ਲੰਗਰ ਛਕਣ ਦੇ ਨਾਲ ਉੱਥੇ ਨੇਕਾਂ ਹੀ ਸੰਗਤ ਹੋਵੇਗੀ, ਮੇਰਾ ਧਰਮ ਭ੍ਰਿਸ਼ਟ ਹੋ ਜਾਵੇਗਾ। ਐਸਾ ਕੋ ਬੜ ਪ੍ਰੇਮੀ ਹੋਏ। ਐਸਾ ਹੁਣ ਕਿਹੜਾ ਪ੍ਰੇਮੀ ਸਤਿਗੁਰਾਂ ਦਾ ਹੋਵੇ। ਗੁਰ ਹਿਤ ਰਖੇ ਅਪਰ ਸਭ ਖੋਏ। ਤੇ ਜਿਹੜਾ ਗੁਰੂ ਨੂੰ ਰੱਖੇ ਤੇ ਆਪਣੀ ਮਾਨ ਮਰਿਆਦਾ ਸਾਰੀ ਖੋ ਦੇਵੇ। ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸਾਧ ਸੰਗਤ ਦੀ ਮਹਿਮਾ ਨਹੀਂ ਸੀ ਜਾਣਦਾ। ਕਹਿਣ ਲੱਗਾ ਹੁਣ ਐਡਾ ਵੱਡਾ ਪ੍ਰੇਮੀ ਮੈਂ ਕਿੱਥੋਂ ਬਣ ਜਾਵਾਂ ਕਿ ਆਪਣੀ ਮਾਨ ਮਰਿਆਦਾ, ਆਪਣਾ ਧਰਮ ਮੈਂ ਖੋ ਦੇਵਾਂ ਤੇ ਗੁਰੂ ਨੂੰ ਰੱਖ ਲਵਾਂ। ਦੁਰਲਭ ਵਰਨ ਸੋ ਆਸ਼ਰਮ ਧਰਮ। ਕਿਉਂਕਿ ਜਿਹੜਾ ਮੇਰਾ ਧਰਮ ਹੈ ਨਾ ਬੜਾ ਵੱਡਾ ਏ,
ਮੈਂ ਵੱਡਾ ਧਰਮ ਧਾਰਿਆ ਹੈ ਬ੍ਰਾਹਮਣ ਮੇਰੀ ਬੜੀ ਸੁਚਮਤਾ ਹੈ। ਨਹਿ ਤਜ ਸਕਉ ਸਹਿਤ ਜਗ ਸ਼ਰਮ। ਕਿ ਮੈਂ ਜਗ ਦੇ ਵਿੱਚ ਲਾਜ ਦੇ ਸਹਿਤ ਮੈਂ ਇਸ ਧਰਮ ਨੂੰ ਛੱਡ ਨਹੀਂ ਸਕਦਾ ਆਪਣੀ ਮਾਨ ਮਰਿਆਦਾ ਨੂੰ। ਏ ਮੋਰ ਤਰਕਤ ਹਟ ਸੋ ਰਹਿਓ। ਇਹ ਤਰ੍ਹਾਂ ਤਰਕਤ ਕਰਕੇ ਨਾ ਤਰਕਾਂ ਕਰਕੇ ਮਨ ਦੇ ਵਿੱਚ ਗਿਣਤੀਆਂ ਮਿਣਤੀਆਂ ਮਿਣ ਕੇ ਕਿ ਜੇ ਸਤਿਗੁਰਾਂ ਦੇ ਦਰਸ਼ਨ ਕੀਤੇ ਓ ਹੋ ਜਾਵੇਗਾ ਤੇ ਵਿਚਾਰ ਕਰਕੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਅੱਗੇ ਨਹੀਂ ਗਿਆ ਹਟ ਜਾਣਾ ਕੀਤਾ ਹੈ। ਅੰਤਰ ਗਇਓ ਨ ਦਰਸ਼ਨ ਲਹਿਓ। ਕਵੀ ਜੀ ਦੱਸਦੇ ਨੇ ਭਾਈ ਇਹ ਮੁੜ ਗਿਆ ਇਹਨੇ ਅੰਦਰ ਸਤਿਗੁਰਾਂ ਦੇ ਨਹੀਂ ਗਿਆ ਨਾ ਲੰਗਰ ਚ ਗਿਆ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਿਆ ਦਰਸ਼ਨ ਨਹੀਂ ਕੀਤੇ ਮੁੜ ਜਾਣਾ ਕੀਤਾ ਹੈ। ਗਮਨਿਓ ਪੰਥ ਅਗਾਰੀ ਫੇਰ। ਜਿਸ ਰਸਤੇ ਉੱਤੇ ਇਹਨੇ ਦੇਵੀ ਦੀ ਆਰਾਧਨਾ ਕਰਨ ਵਾਸਤੇ ਜਾਣਾ ਸੀ ਤੁਰਿਆ ਸੀ ਉਸੇ ਰਸਤੇ ਭਾਈ ਚੱਲ ਪੈਣਾ ਕੀਤਾ ਫਿਰ ਦੁਬਾਰਾ। ਲਿਓ ਸੰਗ ਮਹਿ ਸੰਗ ਬਡੇਰ। ਜਿਹੜਾ ਸੰਗਤਾਂ ਦਾ ਇਹਦੇ ਨਾਲ ਸੰਗ ਸੀ ਨਾ ਜਿਹੜੇ ਚੇਲੇ ਤੇ ਆਦਿਕ ਸੀ ਉਹਨਾਂ ਦਾ ਸੰਗ ਭਾਈ ਇਸ ਪੰਡਿਤ ਨੇ ਆਪਣੇ ਨਾਲ ਲੈ ਲੈਣਾ ਕੀਤਾ ਹੈ। ਗੋਇੰਦਵਾਲ ਤਜਿਓ ਦੋਇ ਕੋਸ। ਕਵੀ ਜੀ ਦੱਸਦੇ ਨੇ ਕਿ ਜਦੋਂ ਜਿਹੜਾ ਇਹ ਬ੍ਰਾਹਮਣ ਸੀ ਆਪਣੇ ਨਾਲ ਚੇਲੇ ਚਾਟੜਿਆਂ ਨੂੰ ਲੈ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਗੈਰ ਹੀ 2 ਕੋਹਾਂ ਜਿਹੜਾ ਦੂਰ ਜਾਣਾ ਕੀਤਾ ਗੋਇੰਦਵਾਲ ਸਾਹਿਬ ਤੋਂ। ਜਾਏ ਕਰਿਓ ਡੇਰਾ ਸ਼ਰਮ ਹੋਸ। ਥੋੜਾ ਦੂਰ ਜਾ ਕੇ ਥੱਕ ਗਿਆ ਥਕਾਵਟ ਹੋ ਗਈ ਥਕਾਵਟ ਦੇ ਕਾਰਨ ਇਸ ਬ੍ਰਾਹਮਣ ਨੇ ਡੇਰਾ ਕਰ ਲੈਣਾ ਕੀਤਾ ਹੈ। ਖਾਨ ਪਾਨ ਕਰਕੇ ਜਬ ਸੋਇਓ। ਤੇ ਜਦੋਂ ਖਾ ਪੀ ਕਰਕੇ ਭਾਈ ਨੇ ਸੌਣਾ ਕੀਤਾ ਆਰਾਮ ਕੀਤਾ ਹੈ। ਮਹਾ ਭਿਆਨਕ ਸੁਪਨੇ ਹੋਇਓ। ਤੇ ਸੁੱਤੇ ਨੂੰ ਸਾਧ ਸੰਗਤ ਦੀ ਬੜਾ ਭਿਆਨਕ ਸੁਪਨਾ ਆਇਆ ਹੈ। ਧਾਰਨ ਰੂਪ ਕਾਲ ਕਾ ਹੀਰ। ਤੇ ਸੁਪਨੇ ਵਿੱਚ ਕੀ ਵੇਖਦਾ ਏ ਕਿ ਜਿਹੜੀ ਦੁਰਗਾ ਦੇਵੀ ਹੈ ਬੜਾ ਭਿਆਨਕ ਜਿਹੜਾ ਰੂਪ ਲੈ ਕਰਕੇ ਆਈ ਹੈ। ਤਰਾਸ ਪਾਏ ਕਰ ਬੋਲਿਓ ਫੇਰ। ਤੇ ਡਰ ਗਿਆ ਡਰ ਨੂੰ ਪਾ ਕਰਕੇ ਇਸ ਤਰ੍ਹਾਂ ਭਾਈ ਬੋਲਿਆ ਹੈ ਦੇਵੀ ਦੇ ਤਾਈ। ਹੇ ਮਾਤਾ ਮੈਂ ਭਗਤ ਤੁਮਾਰਾ। ਕਹਿਣ ਲੱਗਾ ਇਹ ਦੁਰਗਾ ਦੇਵੀ ਮਾਤਾ ਇੰਨਾ ਭਿਆਨਕ ਰੂਪ ਤੇਰਾ ਮੈਂ ਤੇਰਾ ਭਗਤ ਹਾਂ। ਕਰੂਰ ਜੋਗਨੀ ਮੋਹਿ ਪਰਵਾਰਾ। ਮੈਨੂੰ ਇੰਨਾ ਭਿਆਨਕ ਜੋਗਣੀਆਂ ਨੇ ਘੇਰਿਆ ਹੋਇਆ ਹੈ। ਇਨ ਤੇ ਰੱਛਾ ਮੇਰੀ ਕਰੀ ਹੈ। ਤੇ ਮਾਤਾ ਜੀ ਮੇਰੀ ਇੰਨਾ ਜੋਗਣੀਆਂ ਤੋਂ ਜਿੰਨਾ ਭਿਆਨਕ ਜਿਹੜਾ ਮੈਨੂੰ ਜੋਗਣੀਆਂ ਨੇ ਘੇਰਿਆ ਹੈ ਨਾ ਇੰਨਾ ਤੋਂ ਮੇਰੀ ਰੱਖਿਆ ਕਰਨੀ ਕਰੋ। ਨਹਿ ਭਖੇ ਸਗਰੀ ਨਿਰਵਰੀ ਹੈ। ਕਹਿਣ ਲੱਗਾ ਕਿ ਜਿਹੜੀ ਸਾਰੀ ਮੈਨੂੰ ਡਰ ਆ ਰਿਹਾ ਏ ਜੋਗਣੀਆਂ ਚੰਬੜੀਆਂ ਨੇ ਭਿਆਨਕ ਇਹਨਾਂ ਤੋਂ ਮੇਰਾ ਛੁਟਕਾਰਾ ਪਾਉਣਾ ਕਰੋ। ਕੌਣ ਦੋਸ਼ ਮੇਰੋ ਅਸ ਜੋਵਾ। ਤੇ ਮਾਤਾ ਨੂੰ ਕਹਿਣ ਲੱਗਾ ਕਿ ਇਹ ਦੁਰਗਾ ਦੇਵੀ ਮੇਰਾ ਕੀ ਦੋਸ਼ ਹੈ ਕਿ ਜਿਸ ਦੇ ਕਾਰਨ ਮੈਨੂੰ ਇਹਨੇ ਭਿਆਨਕ ਰੂਪ ਵਿੱਚ ਆ ਕੇ ਮਿਲੇ ਹੋ। ਜਿਸ ਤੇ ਤਰਾਸਕ ਦਰਸ਼ਨ ਹੋਵਾ। ਜਿਸ ਕਰਕੇ ਇਹਨੇ ਭਿਆਨਕ ਤੁਸੀਂ ਮੈਨੂੰ ਦਰਸ਼ਨ ਦਿੱਤੇ ਕਿਹੜੀ ਮੇਰੇ ਤੋਂ ਗਲਤੀ ਹੋ ਗਈ ਇਸ ਤਰ੍ਹਾਂ ਭਾਈ ਨੇ ਕਹਿਣਾ ਕੀਤਾ ਹੈ। ਸੁਪਨੇ ਮਹਿ ਤਿਸ ਕੋ ਸਮਝਾਇਓ। ਕਵੀ ਜੀ ਦੱਸਦੇ ਨੇ ਕਿ ਫਿਰ ਸੁਪਨੇ ਦੇ ਵਿੱਚ ਹੀ ਜਿਹੜੀ ਮਾਤਾ ਨੇ ਭਿਆਨਕ ਰੂਪ ਲੈ ਕਰਕੇ ਦਰਸ਼ਨ ਦਿੱਤੇ ਸੀ ਉਹਨੇ ਇਸ ਤਰ੍ਹਾਂ ਇਸ ਬ੍ਰਾਹਮਣ ਨੂੰ ਸਮਝਾਉਣਾ ਕੀਤਾ। ਹੁਤੋ ਭਗਤ ਤਵ ਦਰਸ਼ਨ ਪਾਇਓ। ਕਹਿਣ ਲੱਗੀ ਕਿ ਤੂੰ ਮੇਰਾ ਭਗਤ ਹੈ ਭਗਤ ਹੋਣ ਦੇ ਕਰਕੇ ਤੂੰ ਮੇਰੀ ਪੂਜਾ ਕਰਦਾ ਜਿਸ ਕਰਕੇ ਤੂੰ ਮੇਰੇ ਦਰਸ਼ਨਾਂ ਨੂੰ ਪ੍ਰਾਪਤ ਕੀਤਾ ਦਰਸ਼ਨ ਕੀਤੇ ਹਨ। ਸਤਿਗੁਰ ਤੇ ਬੇਮੁਖ ਹੋਏ ਆਵਾ। ਪਰ ਤੂੰ ਇੱਕ ਗਲਤੀ ਕੀਤੀ ਹੈ ਤੂੰ ਪੁੱਛਦਾ ਹੈ ਨਾ ਮੇਰੇ ਕੋਲ ਕਿਹੜਾ ਦੋਸ਼ ਹੋਇਆ। ਤੇਰੇ ਕੋਲ ਦੋਸ਼ ਹੋਇਆ ਹੈ ਕਿ ਤੂੰ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਗਤ ਗੁਰੂ ਸੁਆਮੀਆਂ ਤੋਂ ਤੂੰ ਬੇਮੁਖ ਹੋ ਕਰਕੇ ਆ ਗਿਆ ਤੂੰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਨਹੀਂ ਕੀਤੇ। ਜਾਂ ਤੇ ਤੋਹੇ ਤਰਾਸ ਦਰਸਾਵਾ। ਇਸ ਕਰਕੇ ਤੂੰ ਸਤਿਗੁਰਾਂ ਤੋਂ ਬੇਮੁਖ ਹੋਇਆ ਹੈ ਨਾ ਤੂੰ ਬੇਮੁਖ ਹੋਇਆ ਇਸੇ ਕਰਕੇ ਮੈਂ ਤੈਨੂੰ ਇੰਨੇ ਭਿਆਨਕ ਰੂਪ ਦੇ ਵਿੱਚ ਆ ਕੇ ਡਰਾਇਆ ਤੇ ਦਰਸ਼ਨ ਦਿੱਤੇ ਹਨ। ਮੋਹੇ ਭਗਤ ਕਰ ਬੇਫਲ ਇਹੋ ਹੈ। ਮੇਰੀ ਭਗਤ ਕਰਨ ਦਾ ਮੈਨੂੰ ਆਰਾਧਨ ਦਾ ਇਹੀ ਫਲ ਹੈ। ਹੁਣ ਕਿਹੜਾ ਫਲ। ਸਰਦਾ ਜੁਤ ਗੁਰ ਦਰਸ਼ਨ ਲਹਿ ਹੈ। ਤੇ ਸ਼ਰਧਾ ਨੂੰ ਧਾਰ ਤੇ ਸ਼ਰਧਾ ਦੇ ਸਹਿਤ ਹੋ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰ। ਨਾਹੀਂ ਤੇ ਮੇਰੀ
ਮੇਰੀ ਭਗਤ ਨ ਪਾਵੈ। ਜੇ ਕਰ ਤੂੰ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਨਾ ਕੀਤੇ ਤੇ ਮੇਰੀ ਜਿਹੜੀ ਭਗਤੀ ਹੈ ਨਾ ਉਹਦਾ ਫਲ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਭਗਤੀ ਪ੍ਰਾਪਤ ਨਹੀਂ ਹੋਵੇਗੀ। ਗੁਰ ਤੇ ਬੇਮੁਖ ਹੋਏ ਦਰਸਾਵੈ। ਕਿਉਂਕਿ ਤੂੰ ਗੁਰੂ ਤੋਂ ਬੇਮੁਖ ਹੋ ਕੇ ਮੇਰੇ ਦਰਸ਼ਨਾਂ ਨੂੰ ਜਾਵੇਂਗਾ ਤੇ ਮੇਰੀ ਜਿਹੜੀ ਭਗਤੀ ਦਾ ਫਲ ਹੈ ਨਾ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਜਾ ਜਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ। ਜਗਤ ਉਦਾਰਨ ਹਿਤ ਅਵਤਾਰ। ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦਾ ਉਦਾਰ ਕਰਨ ਵਾਸਤੇ ਹੀ ਅਵਤਾਰ ਧਾਰਿਆ ਹੈ। ਭਗਤ ਰੂਪ ਹੋਏ ਰਹਿਤ ਉਦਾਰ। ਤੇ ਸਦਾ ਹੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਭਗਤਾਂ ਦਾ ਉਦਾਰ ਕਰਦੇ ਹਨ। ਲੱਖੋ ਲੋਕ ਸਮਤ ਕੋ ਪਾਏ। ਲੱਖਾਂ ਹੀ ਜਿਹੜੇ ਲੋਕ ਨੇ ਨਾ ਸਤਿਗੁਰੂ ਸਾਹਿਬ ਮਹਾਰਾਜ ਸਿੱਖ ਸੇਵਕ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਸ੍ਰੇਸ਼ਟ ਮਤ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰਾਂ ਦੇ ਪਾਸੋਂ ਵਡਿਆਈਆਂ ਪ੍ਰਾਪਤ ਕਰਦੇ ਹਨ। ਸਿੱਖੀ ਮਾਰਗ ਕੋ ਪ੍ਰਗਟਾਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਦਾ ਹੀ ਸਿੱਖੀ ਦਾ ਜਿਹੜਾ ਮਾਰਗ ਹੈ ਨਾ ਸਿੱਖ ਧਰਮ ਨੂੰ ਜਗਤ ਦੇ ਵਿੱਚ ਪ੍ਰਗਟਾਉਂਦੇ ਹਨ। ਦੂਰੇ ਰਹਿ ਪ੍ਰਭ ਕੇ ਅਵਤਾਰ। ਦੂਰੇ ਰਹੇ ਪ੍ਰਭ ਕੇ ਅਵਤਾਰ। ਕਹਿਣ ਲੱਗੀ ਕਿ ਜਿਹੜੇ ਪ੍ਰਮਾਤਮਾ ਦੇ ਅਵਤਾਰ ਹੁੰਦੇ ਨੇ ਨਾ ਸਦਾ ਛੁਪੇ ਰਹਿੰਦੇ ਨੇ, ਉਹ ਕਦੀ ਵੀ ਜਨਾਉਣਾ ਨਹੀਂ ਕਰਦੀ ਕਿ ਅਸੀਂ ਪ੍ਰਮਾਤਮਾ ਦੇ ਅਵਤਾਰ ਆ, ਸਾਡੀ ਪੂਜਾ ਕਰੋ। ਹਟਿਆ ਮਿਲਹੁ ਬ੍ਰਹਮ ਨਿਰਬਾਰ। ਹੁਣ ਜਾ ਜਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੂੰ ਮਿਲਣਾ ਕਰ, ਸਾਰੇ ਹੀ ਸ਼ੰਕਿਆਂ ਤੋਂ ਨਿਵਰਤ ਹੋ ਕਰਕੇ। ਸੁਨ ਸੁਪਨੇ ਮਹਿ ਬੰਧਨ ਕੀਨ। ਇਹ ਤਰ੍ਹਾਂ ਕਵੀ ਜੀ ਦੱਸਦੇ ਨੇ ਇਸ ਬ੍ਰਾਹਮਣ ਨੇ ਸੁਣ ਕਰਕੇ ਉਸ ਮਾਤਾ ਨੂੰ ਨਮਸਕਾਰ ਕੀਤੀ, ਬੰਦਨਾ ਕੀਤੀ ਹੈ। ਜਾਗਿਓ ਪਣ ਅਚਰਜ ਮਨ ਲੀਨ। ਜਦੋਂ ਫਿਰ ਜਾਗ ਆਈ ਤੇ ਬੜਾ ਜ਼ਿਆਦਾ ਹੈਰਾਨ ਹੋਇਆ। ਦੋਹਰਾ ਭਈ ਪੂਰ ਉੱਠ ਕਰ ਹਟਿਓ। ਭਈ ਪੂਰ ਉੱਠ ਕਰ ਹਟਿਓ। ਜਦੋਂ ਇਸ ਤਰ੍ਹਾਂ ਸੁਪਨੇ ਦੇ ਵਿੱਚ ਦੇਵੀ ਦੇ ਦਰਸ਼ਨ ਕੀਤੇ, ਬਚਨ ਵਿਲਾਸ ਹੋਏ, ਜਦੋਂ ਫਿਰ ਸਵੇਰ ਹੋਈ ਪਾਈ ਉੱਠਣਾ ਕੀਤਾ ਹੈ। ਦਰਸ਼ਨ ਗੁਰ ਕੀ ਪ੍ਰੀਤ। ਤੇ ਉਸੇ ਵਕਤ ਹੀ ਫਿਰ ਦਰਸ਼ਨਾਂ ਨੇ ਜਿਹੜੀ ਪ੍ਰੀਤੀ ਹੈ ਨਾ ਇਹਦੇ ਮਨ ਦੇ ਵਿੱਚ ਲੱਗ ਜਾਣਾ ਕੀਤੀ। ਆਏ ਹੋ ਗੋਬਿੰਦ ਵਾਲ ਮਹਿ। ਤੇ ਉਸੇ ਪ੍ਰੀਤੀ ਦਾ ਬੱਝਾ ਹੋਇਆ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਹੈ। ਡਿੱਡ ਸ਼ਰਧਾ ਤਰ ਚੀਤ। ਜਿਸ ਨੇ ਆਪਣੇ ਹਿਰਦੇ ਦੇ ਵਿੱਚ ਬੜੀ ਜ਼ਿਆਦਾ ਜਿਹੜੀ ਸ਼ਰਧਾ ਤਰੀ ਹੋਈ ਹੈ। ਚੌਪਈ ਪ੍ਰਥਮ ਦੇਗ ਮਹਿ ਅਚਿਓ ਆਹਾਰਾ। ਜਿਸ ਗੱਲ ਤੋਂ ਸਭ ਤੋਂ ਪਹਿਲਾਂ ਮੁੜਿਆ ਸੀ ਨਾ ਸਿੱਖਾਂ ਨੇ ਬਚਨ ਕੀਤਾ ਸੀ ਇਹਦੇ ਨਾਲ ਕਿ ਪਹਿਲਾਂ ਸਤਿਗੁਰਾਂ ਦੇ ਲੰਗਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਛਕੋ, ਭੋਜਨ ਛਕੋ, ਫਿਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਓ। ਹੁਣ ਇਹਨੇ ਕੀ ਕੀਤਾ, ਪਹਿਲਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿੱਥੇ ਲੰਗਰ ਸੀ ਉੱਥੇ ਜਾ ਕੇ ਭਾਈ ਲੰਗਰ ਪ੍ਰਸ਼ਾਦਾ ਛਕਿਆ ਹੈ। ਪੁੰਨ ਗਮਣਿਓ ਜਹ ਸਤਿਗੁਰ ਦੁਆਰਾ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦਾ ਦਵਾਰ ਸੀ ਭਾਈ, ਫੇਰ ਦੁਬਾਰਾ ਉੱਥੇ ਗਿਆ ਹੈ ਚੱਲ ਕਰਕੇ। ਜਿਸ ਕੇ ਹਿਰਦੈ ਪ੍ਰੇਮ ਬਹੁ ਜਾਗਾ। ਕਵੀ ਜੀ ਦੱਸਦੇ ਨੇ ਇਸ ਬ੍ਰਾਹਮਣ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪ੍ਰੇਮ ਹੈ ਨਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੈ ਕਰਕੇ ਜਾਗਿਆ ਹੈ। ਜਾਗਣ ਲੱਗੇ ਭਾਲ ਕੇ ਭਾਗਾ। ਮੰਨ ਲੈਣਾ ਕਰੋ ਕਿ ਇਸ ਗਰੀਬੜੇ ਦੇ ਇਸ ਵਿਚਾਰੇ ਦੇ ਜਿਹੜੇ ਭਾਗ ਨੇ ਨਾ ਹੁਣ ਜਾਗਣ ਲੱਗੇ ਨੇ, ਸਤਿਗੁਰਾਂ ਦੇ ਪਾਸੋਂ ਵਡਿਆਈ ਨੂੰ ਪ੍ਰਾਪਤ ਕਰੇਗਾ। ਦਰਸ਼ਨ ਕਰਿਓ ਜਾਏ ਕਰ ਜਬੈ। ਜਦੋਂ ਹੀ ਸਾਧ ਸੰਗਤ ਜੀ ਫਿਰ ਇਹਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਜਾ ਕਰਕੇ ਦਰਸ਼ਨ ਕੀਤੇ ਹਨ। ਪ੍ਰੇਮ ਪਰਿਓ ਪਦ ਤਬੈ। ਪ੍ਰੇਮ ਦੇ ਅਧੀਨ ਹੋ ਕਰਕੇ ਸ਼ਰਧਾ ਦੇ ਸਹਿਤ ਹੋ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਤੇ ਟਹਿ ਪਿਆ ਹੈ। ਸਤਿਗੁਰ ਨੇ ਬੂਝਿਓ। ਉਸ ਵਕਤ ਇਸ ਬ੍ਰਾਹਮਣ ਦੇ ਤਾਈ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪੁੱਛਣਾ ਕੀਤਾ, ਕਿਤ ਤੇ ਆਏ ਦਰਸ਼ਕ ਲਹੋ। ਕਹਿਣ ਲੱਗੇ ਭਾਈ ਕਿੱਥੋਂ ਆਇਆ ਹੈ। ਸੁਨ ਖੇਡੇ ਨੇ ਸਰਬ ਬਿਰਤਾਂਤ। ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਕਿੱਥੋਂ ਆਏ ਤੇ ਕਿੱਥੇ ਚੱਲੇ ਸੀ, ਤੇ ਇਸ ਤਰ੍ਹਾਂ ਸਾਰਾ ਜਿਹੜਾ ਬਿਰਤਾਂਤ ਹੈ ਨਾ ਸੁਣਾਉਣਾ। ਖੇਡੇ ਬ੍ਰਾਹਮਣ ਵਿਦਤ ਗੁਪਤ ਸਖਿਆਤ।
ਪ੍ਰਗਟ ਤੇ ਗੁਪਤ ਜਿਹੜਾ ਬਿਰਤਾਂਤ ਸੀ ਨਾ, ਜਿਵੇਂ ਸੁਪਨੇ ਦੇ ਵਿੱਚ ਉਸ ਮਾਤਾ ਦੇ ਦਰਸ਼ਨ ਹੋਏ, ਉਹਦੇ ਨਾਲ ਬਚਨ ਬਿਲਾਸ ਕੀਤੇ, ਸਾਰੀ ਜਿਹੜੀ ਗਾਥਾ ਸੀ ਨਾ ਆਪਣੀ ਹੱਡ ਬੀਤੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਸਾਧ ਸੰਗਤ ਦੀ ਸੁਣਾਉਣਾ ਕੀਤੀ। ਇਸ ਬ੍ਰਾਹਮਣ ਨੇ ਮਨ ਗਿਲਾਨ ਕਰ ਮੈਂ ਉੱਠ ਗਇਓ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਸਤਿਗੁਰੂ ਜੀ, ਮੈਂ ਮਨ ਦੇ ਵਿੱਚ ਸ਼ੰਕਾ ਕਰਕੇ ਇਥੋਂ ਉੱਠ ਕਰਕੇ ਗਿਆ ਸੀ, ਕਾਰਣ ਦਰਸ਼ ਕਾਲ ਕਾ ਭਇਓ। ਪਰ ਅੱਗੇ ਜਾ ਕੇ ਜਿਹੜੇ ਬੜੇ ਭਿਆਨਕ ਦਰਸ਼ਨ ਨੇ ਨਾ ਮਾਤਾ ਨੇ ਮੈਨੂੰ ਦੇਣਾ ਕੀਤੇ ਸੁਪਨੇ ਦੇ ਵਿੱਚ। ਤੁਮਰੋ ਭੇਬ ਬਤਾਇਓ ਸਾਰੋ। ਸਤਿਗੁਰੂ ਜੀ, ਜੋ ਆਪ ਜੀ ਦੀ ਮਹਿਮਾ ਹੈ, ਜੋ ਤੁਹਾਡਾ ਜਸ ਹੈ, ਜੋ ਵਡਿਆਈ ਹੈ ਨਾ, ਜੋ ਤੁਹਾਡਾ ਭੇਦ ਹੈ, ਮੈਂ ਭੇਦ ਤੋਂ ਅਣਜਾਣ ਸੀ, ਮਹਿਮਾ ਤੋਂ ਅਣਜਾਣ ਸੀ, ਪਰ ਮਾਤਾ ਨੇ ਮੈਨੂੰ ਦਰਸ਼ਨ ਦੇ ਕਰਕੇ ਸਾਰੇ ਜਿਹੜੇ ਭੇਦ ਨੇ ਨਾ ਸਤਿਗੁਰੂ ਜੀ ਦੀ ਆਪ ਜੀ ਦਾ ਜਸ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਮੈਨੂੰ ਸਾਰਾ ਦੱਸਣਾ ਕੀਤਾ ਹੈ। ਹਟ ਆਇਓ ਮੈਂ ਸ਼ਰਨ ਤੁਹਾਰੋ। ਬਸ ਫਿਰ ਉਸੇ ਜਸ ਦਾ ਵਾਧਾ ਹੋਇਆ, ਉਸੇ ਪ੍ਰੇਮ ਦਾ ਵਾਧਾ ਹੋਇਆ, ਉਸੇ ਵਡਿਆਈ ਦਾ ਵਾਧਾ ਹੋਇਆ। ਧੰਨ ਗੁਰੂ ਅਮਰਦਾਸ ਜੀ, ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਅਬ ਮੇਰੇ ਪਰ ਜੇ ਤੁਮ ਦਇਆ। ਸਤਿਗੁਰੂ ਜੀ, ਹੁਣ ਮੇਰੇ ਉੱਤੇ ਆਪ ਕਿਰਪਾ ਕਰੋ, ਦਇਆ ਕਰਨੀ ਕਰੋ। ਸੁਪਨੇ ਮਹਿ ਦੇਵੀ ਕਹਿ ਦਇਆ। ਸੁਪਨੇ ਮਹਿ ਇਸ ਤਰ੍ਹਾਂ ਮੈਨੂੰ ਦੇਵੀ ਨੇ ਸੁਪਨੇ ਦੇ ਵਿੱਚ ਕਹਿਣਾ ਕੀਤਾ ਸੀ। ਗੁਪਤ ਰੂਪ ਤਵ ਹੀਰਨ ਕਰਿਓ। ਗੁਪਤ ਰੂਪ ਤਵ ਹੀਰਨ ਕਰਿਓ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਮੈਂ ਇੱਥੇ ਆਇਆ ਸੀ ਤੁਹਾਡੇ ਦਰਸ਼ਨਾਂ ਦੇ ਵਾਸਤੇ। ਸੁਨੇ ਬਾਕ ਜਿਸ ਕੇ ਮੈਂ ਮੁਰਿਓ। ਤੇ ਜਿਨ੍ਹਾਂ ਦੇ ਮੈਂ ਬਚਨ ਸੁਣ ਕਰਕੇ ਮੁੜ ਗਿਆ ਸੀ, ਸਿੱਖਾਂ ਨੇ ਕਿਹਾ ਸੀ ਪਹਿਲਾਂ ਭੋਜਨ ਛਕੋ, ਭੋਜਨ ਛਕਣ ਤੋਂ ਬਗੈਰ ਮਹਾਰਾਜ ਜੀ ਮੈਂ ਭੋਜਨ ਛਕਿਆ ਨਹੀਂ, ਤੁਹਾਡੇ ਦਰਸ਼ਨ ਨਹੀਂ ਕੀਤੇ, ਮੁੜ ਜਾਣਾ ਕੀਤਾ ਸੀ। ਸੋ ਸਰੂਪ ਜਗਮਾਤ ਮਹਾਬਰ। ਸੋ ਸਰੂਪ ਜਗਮਾਤ ਮਹਾਬਰ। ਮਾਤਾ ਦੇ ਤਾਂ ਹੀ ਕਹਿਣ ਲੱਗਾ ਕਿ ਜਿਹੜੀ ਮਾਤਾ ਦੁਰਗਾ ਦੇਵੀ ਹੈ ਨਾ, ਸਾਰੇ ਜਗਤ ਦੇ ਵਿੱਚ ਪ੍ਰਗਟ ਹੈ। ਭਈ ਕੇ ਨਹੀਂ ਪ੍ਰਸੰਨ ਮੋਹਿ ਪਰ। ਉਹਦਾ ਪ੍ਰਤਾਪ ਬੜਾ ਹੈ, ਮੈਂ ਉਹਦਾ ਭਗਤ ਸੀ, ਪਰ ਉਹ ਮੇਰੀ ਉਤੇ ਪ੍ਰਸੰਨ ਹੋਈ ਕਿ ਨਹੀਂ ਹੋਈ। ਇਸ ਤਰ੍ਹਾਂ ਜਿਹੜੇ ਬਚਨ ਨੇ ਨਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਨਾਲ ਇਸਨੇ ਕੀਤੇ ਹਨ। ਇਹੋ ਸੰਦੇਹੋ ਮਹਾ ਔਰ ਮੇਰੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਇਹੀ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਕਿ ਦੇਵੀ ਮੇਰੇ ਤੇ ਪ੍ਰਸੰਨ ਹੋਈ ਕਿ ਨਹੀਂ ਹੋਈ, ਮੈਨੂੰ ਹੁਣ ਉਹਦੇ ਦਰਸ਼ਨ ਪ੍ਰਾਪਤ ਹੋਣਗੇ ਕਿ ਨਹੀਂ ਹੋਣਗੇ, ਜਿਹੜਾ ਸ਼ੰਕਾ ਮੇਰੇ ਮਨ ਦੇ ਵਿੱਚ ਹੈ। ਮਿਟੇ ਨਾ ਬਿਨਾ ਭਗਵਤੀ ਹੀਰੇ। ਮਹਾਰਾਜ ਨੂੰ ਕਹਿ ਗੁਰੂ ਜੀ, ਦੇਵੀ ਦੇ ਦਰਸ਼ਨ ਕੀਤਿਆਂ ਤੋਂ ਬਗੈਰ ਮੇਰੇ ਮਨ ਦੇ ਵਿੱਚੋਂ ਜਿਹੜਾ ਸ਼ੰਕਾ ਹੈ ਨਾ, ਨਾਸ ਨਹੀਂ ਹੋਵੇਗਾ। ਤੁਮ ਸਮਰੱਥ ਸਭ ਰੀਤ ਮਹਾਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਆਪ ਸਮਰੱਥ ਹੋ, ਕਿਰਪਾ ਕਰੋ ਸੰਸੈ ਉਰਹਨ। ਆਪ ਕਿਰਪਾ ਕਰੋ, ਜਿਹੜੇ ਮੇਰੇ ਮਨ ਦੇ ਵਿੱਚ ਸ਼ੰਕੇ ਨਾ, ਉਹਨਾਂ ਨੂੰ ਨਿਵਰਤ ਕਰਨਾ ਕਰੋ। ਹੁਣ ਸ੍ਰੀ ਸਤਿਗੁਰ ਬਿਗਸੇ ਭਾਖਿਓ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਸ ਦੇ ਬਚਨ ਸੁਣ ਕੇ ਮੁਸਕਰਾਏ ਨੇ ਤੇ ਕਹਿਣਾ ਕੀਤਾ ਹੈ। ਐਮਪੀ ਹੋਏ ਜਥਾ ਅਬ ਲਾਖਿਓ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਤੇਰੀ ਇੱਛਾ ਹੈ ਨਾ, ਹੁਣ ਐਵੇਂ ਹੀ ਹੋਵੇਗਾ। ਜੇ ਤੂੰ ਦਰਸ਼ਨਾਂ ਦੀ ਚਾਹਤਾ ਰੱਖਦਾ ਦੇਵੀ ਦੀ, ਤੈਨੂੰ ਦੇਵੀ ਦੇ ਹੀ ਦਰਸ਼ਨ ਹੋਣਾ ਕਰਨਗੇ। ਸਕਤ ਨਾ ਦੁਰਗਾ ਹੀਰੇ। ਪਰ ਸਤ ਮਹਾਰਾਜ ਜੀ ਕਹਿਣ ਲੱਗੇ ਕਿ ਤੈਨੂੰ ਦਰਸ਼ਨ ਤੇ ਜ਼ਰੂਰ ਹੋਣਗੇ, ਤੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਤੂੰ ਜਿਹੜੇ ਦਰਸ਼ਨੋਂ ਕਰ ਲੈਣਾ ਕਰੇਗਾ। ਹੋਏ ਬਿਦਤ ਠਹਿਰੈ ਨ ਅਗੇਰੈ। ਕਿਉਂਕਿ ਜਦੋਂ ਦੁਰਗਾ ਦੇਵੀ ਕਿ ਉਹਦਾ ਪ੍ਰਤਾਪ ਹੀ ਨਾ ਤੇਰੇ ਕੋਲ ਸਹਿਆ ਨਹੀਂ ਜਾਵੇਗਾ, ਤੂੰ ਉਹਦੇ ਪ੍ਰਤਾਪ ਤੇ ਅੱਗੇ ਖੜਾ ਨਹੀਂ। ਇਸ ਗਤ ਕੋ ਉਰ ਲਿਹੋ ਵਿਚਾਰੀ। ਮਹਾਰਾਜ ਜੀ ਕਹਿਣ ਲੱਗੇ, ਇਸ ਗਤੀ ਨੂੰ ਤੂੰ ਜਿਹੜੇ ਆਪਣੇ ਮਨ ਦੇ ਵਿੱਚ ਵਿਚਾਰ ਲੈਣਾ ਕਰ। ਸੁਣ ਖੇਡੇ ਪੁਣ ਗਿਰਾ ਉਚਾਰੀ। ਇਸ ਤਰ੍ਹਾਂ ਸੁਣ ਕਰਕੇ ਧੰਨ ਗੁਰੂ ਅਮਰਦਾਸ ਦੇ ਤਾਈ ਇਸ ਬ੍ਰਾਹਮਣ ਨੇ ਬੇਨਤੀ ਕੀਤੀ ਹੈ, ਕਰੁਣਾ ਕਰਹੁ ਦਿਖਾਵਹੁ ਮੋਹੀ। ਕਹਿਣ ਲੱਗਾ ਕਿ ਆਪ ਕਿਰਪਾ ਕਰੋ, ਮੈਨੂੰ ਜਿਹੜੀ ਇਹ ਦੇਵੀ ਹੈ ਨਾ, ਇਹਦੇ ਦਰਸ਼ਨ ਕਰਾਉਣਾ ਕਰੋ। ਸਹੋ ਸਕਲ ਹੀ ਜਸ ਗਤ ਹੋਈ। ਜਿਵੇਂ ਵੀ ਹੋਵੇਗਾ, ਜਿੰਨਾ ਮਰਜ਼ੀ ਭਾਵੇਂ ਪ੍ਰਤਾਪ ਹੋਵੇ, ਮੈਂ ਸਾਰੀ
ਸਹਿ ਲੈਣਾ ਕਰਾਂਗਾ। ਸ਼੍ਰੀ ਪ੍ਰਭ ਬੱਲੂ ਸੰਗ ਬਖਾਨਾ। ਇਹ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਇਹਦੇ ਬਚਨ ਸੁਣੇ, ਬੇਨਤੀ ਨੂੰ ਪ੍ਰਵਾਨ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਭਾਈ ਬੱਲੂ ਨੂੰ ਇਸ ਤਰ੍ਹਾਂ ਭਾਈ ਕਹਿਣਾ ਕੀਤਾ ਹੈ। ਇਸ ਕੋ ਕਹੋ ਪਾਨ ਮਹਿ ਪਾਨਾ। ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਤੇ ਜਿਹੜੇ ਹੱਥਾਂ ਤੇ ਹੱਥ ਪਾ ਕੇ ਤੇ ਹੱਥ ਫੜ ਲੈਣਾ ਕਰੋ। ਅਬ ਲਿਹ ਜਾਹੋ ਬੀਚ ਚਵਾਰੇ। ਤੇ ਚੰਗੀ ਤਰ੍ਹਾਂ ਇਹਦੇ ਨਾ ਜਿਹੜਾ ਚੁਬਾਰਾ ਉਹਦੇ ਵਿੱਚ ਇਹਨੂੰ ਲੈ ਕੇ ਜਾਵੋ। ਜਗ ਮਾਤਾ ਕੋ ਦਰਸ਼ਨ ਹਾਰੇ। ਜਿਹੜੀ ਜਗਤ ਦੀ ਮਾਤਾ ਹੈ ਪੂਜਦਾ ਹੈ ਦੁਰਗਾ ਦੇਵੀ ਨੂੰ, ਉਹਦੇ ਜਾ ਕੇ ਦਰਸ਼ਨ ਇਹਨੂੰ ਕਰਾਉਣਾ ਕਰੋ। ਸੁਨ ਆਗਿਆ ਬੱਲੂ ਗਹਿ ਕਰ ਕੋ। ਇਹ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਦੀ ਆਗਿਆ ਸੁਣ ਕੇ ਭਾਈ ਬੱਲੂ ਜੀਆਂ ਨੇ ਦੋਵੇਂ ਜਿਹੜੇ ਹੱਥ ਨੇ ਨਾ ਇਹਦੇ ਫੜ ਲੈਣਾ ਕੀਤੇ ਹਨ। ਅੰਤਰ ਜਾਏ ਦਿਖਾਇਓ ਘਰ ਕੋ। ਜਿਹੜਾ ਘਰ ਸੀ ਉਹਦੇ ਅੰਦਰ ਜਾ ਕੇ ਵਿਖਾਉਣਾ ਕੀਤਾ ਹੈ। ਦੇਖਿਓ ਦਿਪਤ ਤੇਜ ਰਵ ਜੈਸਾ। ਜਦੋਂ ਘਰ ਦੇ ਅੰਦਰ ਜਾ ਕੇ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਦੇਵੀ ਨੂੰ ਵਿਖਾਇਆ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਇੰਨਾ ਜ਼ਿਆਦਾ ਦੇਵੀ ਦਾ ਪ੍ਰਤਾਪ। ਅਸਤਰ ਸ਼ਸਤਰ ਤੇ ਸ਼ੁਭਤ ਵਿਸ਼ੇਸ਼ਾ। ਦੱਸਦੇ ਨੇ ਜਿਹੜੀ ਦੇਵੀ ਨੇ ਸਰੀਰ ਦੇ ਉਤੇ ਬੜੇ ਸ਼ਸਤਰ ਅਸਤਰ ਜਿਹੜੇ ਧਾਰਨ ਕੀਤੇ ਹੋਏ ਸਨ। ਅਸ਼ਟਭੁਜੀ ਜਬ ਦੇਖਣ ਕਰੀ। ਜਦੋਂ ਉਸ ਦੇਵੀ ਦੀਆਂ 8 ਜਿਹੜੀਆਂ ਬਾਹਾਂ ਨੇ ਨਾ ਇਸ ਬ੍ਰਾਹਮਣ ਨੇ ਵੇਖਣਾ ਕੀਤੀਆਂ ਆਪਣੇ ਨੇਤਰਾਂ ਦੇ ਨਾਲ। ਦਿਜਬਰ ਨੇ ਸ਼ੁੱਧ ਬੁੱਧ ਸਭ ਹਰੀ। ਕੀ ਹੋਇਆ ਕਿ ਇੰਨਾ ਜ਼ਿਆਦਾ ਪ੍ਰਤਾਪ ਸੀ ਕਿ ਜਿਵੇਂ ਸਤਿਗੁਰਾਂ ਨੇ ਆਖਿਆ ਸੀ ਨਾ ਤੂੰ ਦੇਵੀ ਦਾ ਪ੍ਰਤਾਪ ਝੱਲ ਨਹੀਂ ਸਕਿਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਬਚਨਾਂ ਦੇ ਅਨੁਸਾਰ ਜਦੋਂ 8 ਬਾਹਾਂ ਵੇਖੀਆਂ ਇੰਨਾ ਪ੍ਰਤਾਪ ਵੇਖਿਆ ਤੇ ਭਾਈ ਜਿਹੜੀ ਸੁੱਧ ਬੁੱਧ ਹੈ ਨਾ ਉਹ ਰਹਿਣਾ ਨਹੀਂ ਕੀਤੀ। ਵਿਆਕੁਲ ਹੋਏ ਧਰਨ ਗਿਰ ਪਰਿਓ। ਤੇ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਭਾਈ ਵਿਆਕੁਲ ਹੋ ਗਿਆ ਤੇ ਸੁੱਧ ਬੁੱਧ ਵਿਸਾਰ ਕੇ ਤੇ ਬੇਹੋਸ਼ ਹੀ ਹੋ ਕੇ ਧਰਤੀ ਉੱਤੇ ਡਿੱਗ ਪੈਣਾ ਕੀਤਾ ਹੈ। ਮੁਰਸ਼ਦ ਪਰਿਓ ਪ੍ਰਾਣ ਜਨ ਹਰਿਓ। ਕਹਿੰਦੇ ਨੇ ਕਿ ਮੰਨ ਲਓ ਕਿ ਜਿਵੇਂ ਕੋਈ ਬੰਦਾ ਮਰ ਕਰਕੇ ਧਰਤੀ ਤੇ ਡਿੱਗਦਾ ਹੈ ਨਾ, ਐਵੇਂ ਜਦੋਂ ਦੇਵੀ ਦੇ ਦਰਸ਼ਨ ਕੀਤੇ ਤੇ ਵਿਆਕੁਲ ਹੋਇਆ ਧਰਤੀ ਤੇ ਡਿੱਗ ਪੈਣਾ ਕੀਤਾ ਹੈ। ਬੱਲੂ ਨੇ ਸੁਧ ਸਰਬ ਸੁਨਾਈ। ਉਧਰ ਫਿਰ ਦੂਸਰੇ ਪਾਸੇ ਭਾਈ ਬੱਲੂ ਜੀ ਵਾਪਸ ਆਏ ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਪਾਸ ਆ ਕੇ ਜਿਹੜੀ ਸਾਰੀ ਖਬਰ ਸੀ ਨਾ ਜੋ ਉੱਥੇ ਚੁਬਾਰੇ ਦੇ ਵਿੱਚ ਬੀਤਿਆ, ਜਿਵੇਂ ਵਿਆਕੁਲ ਹੋ ਕੇ ਡਿੱਗ ਪਿਆ, ਸਾਰੀ ਜਿਹੜੀ ਖਬਰ ਸਾਰ ਹੈ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੂੰ ਭਾਈ ਬੱਲੂ ਜੀਆਂ ਨੇ ਸੁਣਾਉਣਾ ਕੀਤੀ ਹੈ। ਗੁਰੂ ਕਹਿਓ ਲੈ ਆਓ ਉਠਾਈ। ਇਹ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਭਾਈ ਜਾਓ ਹੁਣ ਜਾ ਕੇ ਉਹਨੂੰ ਉਠਾ ਕਰਕੇ ਲੈ ਆਉਣਾ ਕਰੋ। ਤਿੰਨ ਬਲ ਕਰਕੇ ਤਾਹੇ ਉਠਾਵਾ। ਉਸ ਵਕਤ ਫਿਰ ਭਾਈ ਬੱਲੂ ਜੀਆਂ ਨੇ ਬਲ ਕਰਕੇ ਭਾਈ ਨੂੰ ਉਠਾ ਕਰਕੇ ਆਨ ਪ੍ਰਭੂ ਕੇ ਪਾਇਨ ਪਾਵਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਲਿਆ ਕੇ ਰੱਖ ਦੇਣਾ ਕੀਤਾ ਹੈ। ਬਿਕ ਸ਼੍ਰੀ ਅਮਰਦਾਸ ਤਿਸ ਕਾਲਾ। ਉਸ ਵਕਤ ਜਦੋਂ ਫਿਰ ਇਹਨੂੰ ਭਾਈ ਬੱਲੂ ਜੀ ਲੈ ਕੇ ਆਏ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਭਾਈ ਇਸ ਦੇ ਵੱਲ ਵੇਖਿਆ ਹੈ। ਗਹਿ ਕੈ ਚਿਬਕ ਉਠਾਏ ਬਿਠਾਲਾ। ਮਹਾਰਾਜ ਜੀਆਂ ਨੇ ਕੀ ਕੀਤਾ, ਠੋਡੀ ਤੋਂ ਫੜ ਕੇ ਲਾਉਣਾ ਕੀਤਾ ਤੇ ਉਠਾਇਆ ਹੈ। ਮਨਹੁ ਮ੍ਰਿਤਕ ਭਾਪ ਉਨਹੇ ਜਿਵਾਇਓ। ਕਵੀ ਜੀ ਕਹਿੰਦੇ ਨੇ ਕਿ ਮੰਨ ਲਓ ਕਿ ਜੀ ਮਰੇ ਹੋਏ ਬੰਦੇ ਨੂੰ ਜੋ ਜਿਉਣਾ ਕਰ ਦੇਵੇ, ਉਹਨੂੰ ਜਵਾ ਦੇਵੇ, ਉਠਾ ਕੇ ਬਹਾ ਦੇਵੇ, ਇਸ ਤਰ੍ਹਾਂ ਜਿਵੇਂ ਅਚਰਜ ਹੁੰਦਾ ਹੈ ਨਾ, ਐਵੇਂ ਹੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਇਸ ਬੇਹੋਸ਼ ਹੋਏ ਨੂੰ ਮਹਾਰਾਜ ਨੇ ਠੋਡੀ ਤੋਂ ਫੜ ਕੇ ਹਿਲਾਇਆ ਤੇ ਉਠਾਉਣਾ ਕੀਤਾ ਹੈ। ਖੁੱਲੇ ਨੇਤਰ ਗੁਰ ਦਰਸ਼ਨ ਪਾਇਓ। ਤੇ ਜਦੋਂ ਹੀ ਸਾਧ ਸੰਗਤ ਜੀ ਦੇ ਨੇਤਰ ਖੁੱਲੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਹਨ। ਦੇਖ ਪ੍ਰਭਾਵ ਚਕਤ ਚਿਤ ਰਹਿਓ। ਇੰਨਾ ਜ਼ਿਆਦਾ ਜਦੋਂ ਪ੍ਰਤਾਪ ਸਤਿਗੁਰਾਂ ਦਾ ਆਪ ਵੇਖ ਭਾਵ ਕਿ ਹੈਰਾਨ ਹੀ ਹੋ ਗਿਆ, ਚਰਜ ਹੋ ਗਿਆ, ਬੜਾ ਜ਼ਿਆਦਾ ਹੈਰਾਨ ਹੋਇਆ ਹੈ। ਜੂਰਤ ਗੁਰ ਸੋ ਬਚ ਕਹਿਓ। ਤੇ ਦੋਵੇਂ ਹੱਥ ਜੋੜ ਕਰਕੇ ਫਿਰ ਧੰਨ ਗੁਰੂ ਮਹਾਰਾਜ ਜੀਆਂ ਦੇ ਬੇਨਤੀ ਕੀਤੀ ਹੈ। ਦੇਹੋ ਸ਼ਰਨ ਕਰੀ ਹੈ ਨਿਜ ਦਾਸ। ਤੇ ਹੁਣ ਸਤਿਗੁਰਾਂ ਦੀ ਮਹਿਮਾ ਜਾਣ ਗਿਆ, ਕਹਿਣ ਲੱਗਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰੋ, ਮੈਨੂੰ ਆਪਣੀ ਸ਼ਰਨ ਦਿਓ, ਮੈਨੂੰ ਆਪਣਾ ਦਾਸ ਬਣਾ ਲੈਣਾ ਕਰੋ। ਬਨੋ ਕਿਰਤਾਰਥ। ਸਤਿਗੁਰੂ ਸਾਹਿਬ
ਹੱਲ ਕਰੋ। ਮੇਰੀ ਜਿਹੜੀ ਆਸਾ ਮਨ ਦੇ ਵਿੱਚ ਲੱਗੀ ਹੋਈ ਨਾ ਨੂੰ ਪੂਰਨ ਕਰੋ। ਆਪਣਾ ਦਾਸ ਬਣਾ ਕਰਕੇ ਦਾਸ ਹੈ ਮਹਾਰਾਜ ਜੀਆਂ ਦੇ ਤਾਈ ਕੀਤੀ ਹੈ। ਬਿਕਸੇ ਸਤਿਗੁਰ ਬਹੁਰ ਉਚਾਰਾ, ਜਦੋਂ ਇਵੇਂ ਤੇ ਧੰਨ ਗੁਰੂ ਅਮਰ ਮਹਾਰਾਜ ਦੀ ਪਾਈ ਫਿਰ ਇਸ ਦੇ ਵੱਲ ਵੇਖ ਕਰਕੇ ਮੁਸਕਰਾਏ ਹਨ। ਸੁਨ ਖੇਡਾ ਦਾਸ ਹਮਾਰਾ, ਤੇ ਮਹਾਰਾਜ ਜੀ ਕਹਿਣ ਲੱਗੇ, हे ਖੇਡੇ ਬ੍ਰਾਹਮਣ, ਹੁਣ ਤੂੰ ਸਾਡਾ ਦਾਸ ਹੈ। ਕਰਹੁ ਸਦਾ ਦੇਵੀ ਕੀ ਸੇਵਾ, ਤੇ ਸਦਾ ਹੀ ਤੂੰ ਦੇਵੀ ਦੀ ਸੇਵਾ ਕਰਦਾ ਰਿਹਾ ਹੈ। ਕਿ ਅੱਜ ਤੋਂ ਪਹਿਲਾਂ ਤੂੰ ਦੇਵੀ ਦੀ ਸੇਵਾ ਕੀਤੀ, ਉਹਦੀ ਆਰਾਧਨਾ ਕਰਦਾ ਰਿਹਾ ਸੀ, ਪਰ ਹੁਣ ਤੂੰ ਅੱਜ ਤੋਂ ਬਾਅਦ ਸਾਡਾ ਦਾਸ ਹੈ, ਸਾਡਾ ਸੇਵਕ ਹੈ। ਜਪ ਸਤਨਾਮ ਮੰਤਰ ਗੁਰ ਦੇਵਾ, ਤੇ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚ ਜਿਨੇ ਇਸ ਪਾਵਜਲ ਸੰਸਾਰ ਤੋਂ ਸਾਡਾ ਪਾਰ ਉਤਾਰਾ ਕਰਨਾ। ਮਹਾਰਾਜ ਜੀ ਕਹਿਣ ਲੱਗੇ, ਸਦਾ ਹੀ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਨਾ ਕਰ। ਮਿਲੇ ਜੋ ਤੋਹੇ ਦੇਹੋ ਉਪਦੇਸਾ, ਜਿਹੜਾ ਵਾਹਿਗੁਰੂ ਪਰਮਾਤਮਾ ਦੇਣਾ ਕਰ। ਕੋ ਬਿਸਤਾਰ ਬਸ਼ ਦੇ ਨਾਲ ਸਿੱਖੀ ਧਰਮ ਕਰ। ਵਾਹਿਗੁਰੂ ਦਾ ਉਪਦੇਸ਼ ਦਿਲਾਉਣਾ ਕਰ ਸਾਰਿਆਂ ਨੂੰ ਹੀ। ਇਮ ਕਹੈ ਕਿਰਪਾ ਦ੍ਰਿਸ਼ਟ ਸੋ ਹੇਰਾ, ਇਸ ਤਰ੍ਹਾਂ ਸਾਧ ਸੰਗਤ ਦੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕਿਰਪਾ ਦ੍ਰਿਸ਼ਟੀ ਦੇ ਤਾਂ ਕੀਤਾ। ਮੇਰਾ ਅਸਦੇ ਨੇ ਸਤਿਗੁਰਾਂ ਨੇ ਕਿਰਪਾ ਇਹਦੇ ਵੱਲ ਵੇਖਿਆ, ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਦੀ ਕਿਰਪਾ ਹੋਈ। ਉਸੇ ਵਕਤ ਹੀ ਸਤਿਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਦੀ ਜਿਹੜੀ ਦਾਤ ਪ੍ਰਾਪਤ ਹੋ ਜਾਣਾ ਕੀਤੀ। ਕਰ ਅਜਮਤ ਜੁਤ ਦੀਨ ਬਿਦਾਈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਬੜੀਆਂ ਵਡਿਆਈਆਂ ਦੇ ਨਾਲ ਸ਼ਕਤੀਆਂ ਦੇ ਸਹਿਤ ਇਸ ਨੂੰ ਆਪਣੇ ਪਾਸੋਂ ਵਧਾਈਗੀ ਦਿੱਤੀ ਬਖਸ਼ਿਸ਼ਾਂ ਦੇ ਕਰਕੇ। RAM ਨਾਮ ਕੀ ਉਰ ਲਿਵ ਲਾਈ, ਇਹ ਸਦਾ ਹੀ ਅਕਾਲ ਪੁਰਖ ਸੱਚੇ RAM ਨਾਮ ਦੀ ਜਿਹੜੀ ਲਿਵ ਹੈ ਨਾ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਲਾ ਦੇਣਾ ਕੀਤੀ। ਭੁਗਤ ਮੁਕਤ ਲੈ ਘਰ ਕੋ ਗਇਓ, ਜੀ ਦੱਸਦੇ ਨੇ ਭੁਗਤੀ ਦੀ ਦਾਤ ਲੈ ਕਰਕੇ, ਮੁਕਤੀ ਦੀ ਦਾਤ ਲੈ ਕਰਕੇ, ਸਤਿਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਕੇ, ਵਡਿਆਈ ਪ੍ਰਾਪਤ ਕਰਕੇ ਆਪਣੇ ਭਾਈ ਘਰ ਨੂੰ ਜਾਣਾ ਕੀਤਾ। ਜਿਹੜਾ ਖੇਡਾ ਬ੍ਰਾਹਮਣ ਨਰ ਅਨੇਕੋ ਸੰਕਟ ਹਾਇਓ, ਕਿ ਜਿਹੜਾ ਵੀ ਇਹਨੂੰ ਆ ਕੇ ਮਿਲਦਾ ਸੀ ਭਾਈ ਸਤਿਗੁਰਾਂ ਦਾ ਉਪਦੇਸ਼ ਉਹਨੂੰ ਦਿੰਦਾ ਸੀ, ਤੇ ਜਿਹੜਾ ਸਤਿਗੁਰਾਂ ਦੇ ਉਪਦੇਸ਼ ਦੇ ਚੱਲਦਾ ਸੀ ਭਾਈ ਆਪਣੇ ਸੰਗਤਾਂ ਨੂੰ ਨਿਵਰਤ ਕਰਦਾ ਸੀ। ਜਿਣ ਜਿਣ ਸੰਗਤ ਤਿਸ ਕੀ ਕੀਨ, ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਫਿਰ ਸਤਿਗੁਰਾਂ ਦੇ ਸੇਵਕ ਖੇਡੇ ਦੀ ਭਾਈ ਸੰਗਤ ਕੀਤੀ ਹੈ, ਤਨਹੁ ਨਹੀਂ ਜਮ ਕੋ ਦੁਖ ਲੀਨ, ਭਾਈ ਉਹਨਾਂ ਨੂੰ ਜਿਹੜਾ ਜਮਾਂ ਦਾ ਦੁੱਖ ਹੈ ਨਾ, ਜਮਾਂ ਦੀ ਮਾਰ ਉਹ ਪ੍ਰਾਪਤ ਨਹੀਂ ਹੋਈ। ਉਹ ਜਮਾਂ ਦੀ ਮਾਰ ਦੇ ਵਿੱਚ ਨਹੀਂ ਪਏ, ਜਨਮ ਮਰਨ ਦੇ ਘੇਰ ਜਿਹੜੇ ਉਹਨਾਂ ਨੂੰ ਪ੍ਰਾਪਤ ਨਹੀਂ ਹੋਏ। ਸਤਿਗੁਰ ਕੀ ਸਿੱਖੀ ਬਿਰਦਾਈ, ਸਦਾ ਹੀ ਇਸ ਨੇ ਸਿੱਖੀ ਧਰਮ ਦਾ ਪ੍ਰਚਾਰ ਕੀਤਾ। ਸਿੱਖੀ ਧਰਮ ਜਿਹੜੀ ਰੀਤ ਹੈ ਨਾ, ਰਹਿਤ ਮਾਨ ਮਰਿਆਦਾ ਨੂੰ ਵਧਾਉਣਾ ਕੀਤਾ ਸੰਸਾਰ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ। ਦਰਸ਼ਨ ਪਰਸਹਿ ਕਬ ਕਬ ਆਈ, ਤੇ ਕਦੀ ਕਦੀ ਕਵੀ ਜੀ ਦੱਸਦੇ ਨੇ ਜਿਹੜਾ ਖੇਡਾ ਬ੍ਰਾਹਮਣ ਆਇਆ ਸੀ ਨਾ ਸਤਿਗੁਰਾਂ ਦਾ ਸੇਵਕ ਬਣ ਕੇ ਸਿੱਖੀ ਦਾ ਪ੍ਰਚਾਰ ਕਰਦਾ ਏ, ਵਾਹਿਗੁਰੂ ਦਾ ਨਾਮ ਜਪਦਾ, ਸਿਮਰਨ ਕਰਦਾ ਏ, ਸਿੱਖੀ ਦਾ ਉਪਦੇਸ਼ ਦਿਲਾਉਂਦਾ ਏ ਸੰਗਤਾਂ ਦੇ ਵਿੱਚ। ਕਦੀ ਕਦੀ ਆ ਕੇ ਗੋਇੰਦਵਾਲ ਸਾਹਿਬ ਵਿਖੇ ਫਿਰ ਦੁਬਾਰਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰਦਾ ਹੈ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ, ਕਵੀ ਜੀ ਦੱਸਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਐਸੇ ਸਤਿਗੁਰੂ ਨੇ ਨਿਮਾਣਿਆਂ ਦੇ ਮਾਣ ਨਿਗਤਿਆਂ ਦੀ ਗਾਤ ਨੇ ਅਸੀਂ ਕੱਲ ਬਚਨ ਸਰਵਣ ਕੀਤੇ ਨੇ ਕਿ ਕਿੰਨੀਆਂ ਵਡਿਆਈਆਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਸੇਵਕਾਂ ਨੂੰ ਬਖਸ਼ਦੇ ਨੇ, ਜਿਹਦੇ ਉੱਤੇ ਵੀ ਭਾਈ ਕਿਰਪਾ ਭਰੀ ਮਿਹਰ ਦੀ ਨਿਗਾਹ ਸਤਿਗੁਰੂ ਜੀ ਕਰਦੇ ਹਨ। ਨਿਜ ਕੁਟੰਬ ਜੁਤ ਭੌਜਲ ਤਰੈ, ਉਹ ਭਾਈ ਆਪਣਾ ਉਧਾਰ ਨਹੀਂ ਕਰਾਉਂਦਾ, ਸਾਰੇ ਹੀ ਪਰਿਵਾਰ ਦਾ ਉਧਾਰ ਹੋ ਜਾਂਦਾ। ਜਿਸ ਦੇ ਉੱਤੇ ਵੀ ਸਤਿਗੁਰੂ ਸਾਹਿਬ ਨਿਗਾਹ ਕਰਦੇ ਨੇ ਉਹਦੇ ਪਿੱਛੇ ਪਰਿਵਾਰ ਦਾ ਵੀ ਉਧਾਰ ਹੁੰਦਾ ਹੈ। ਭੌਜਲ ਸੰਸਾਰ ਤੋਂ ਸਾਰਾ ਹੀ ਕੁਟੰਬ ਉਹਦਾ ਪਾਰ ਹੋ ਜਾਂਦਾ ਹੈ। ਜਿਮ ਗਾਉਂਦੇ ਗੁਰ ਅੰਗਦ ਪਾਸ, ਉਧਰ ਫਿਰ ਅੱਗੇ ਕਥਾ ਸੁਣਾ ਦੱਸਦੇ ਨੇ ਜਿਮ
ਗਾਉਂਦੇ ਗੁਰੂ ਅੰਗਦ ਪਾਸ, ਜਿਵੇਂ ਇੱਕ ਗਾਉਂਦਾ ਸਿੱਖ ਹੋਇਆ ਏ, ਉਹਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਸ ਰਹਿਣਾ ਕੀਤਾ ਸੀ। ਪੂਰਬ ਕਰੀ ਹੁਤੀ ਅਰਦਾਸ, ਇੱਕ ਵਾਰੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਸ ਰਹਿੰਦਿਆਂ ਹੋਇਆਂ ਉਹਨੇ ਅਰਦਾਸ ਬੇਨਤੀ ਕੀਤੀ ਸੀ। ਗੋਇੰਦਵਾਲ ਵਿਸਾਲ ਬਸਾਇਓ, ਤੇ ਉਪਰੰਤ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਤੋਂ ਬਾਅਦ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਏ। ਸਤਿਗੁਰਾਂ ਦੇ ਹੁਕਮ ਦੇ ਨਾਲ ਉਹਨਾਂ ਨੇ ਗੋਇੰਦਵਾਲ ਸਾਹਿਬ ਜਿਹੜਾ ਨਗਰ ਉਹ ਵਸਾਉਣਾ ਕੀਤਾ ਸੀ। ਸੋ ਗੁਰ ਕੇ ਅਨੁਸਾਰ ਰਹਾਇਓ, ਤੇ ਜਦੋਂ ਤੱਕ ਜਿਹੜਾ ਇਹ ਗੋਂਦੇ ਨਾਮ ਦਾ ਸਿੱਖ ਸੀ ਨਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਪਾਸ ਸੇਵਾ ਕਰਦਾ ਰਿਹਾ, ਉਹਨਾਂ ਚਿਰ ਦੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਅਨੁਸਾਰ ਰਿਹਾ। ਸਤਿਗੁਰੂ ਸਾਹਿਬ ਮਹਾਰਾਜ ਨੇ ਸੇਵਾ ਦੇ ਵਿੱਚ ਰਹਿਣਾ ਕੀਤਾ ਸੀ। ਆਰ ਬਲਾ ਤਿਸ ਪੂਰੀ ਭਈ, ਜਦੋਂ ਇਹਦੀ ਉਮਰ ਪਾਈ ਪੂਰੀ ਹੋ ਜਾਣਾ ਕੀਤੀ ਹੈ। ਪ੍ਰਾਣ ਅੰਤ ਕਾਇਆ ਤਜ ਦਈ, ਜਿਹੜੇ ਪ੍ਰਾਣ ਇਹਦੇ ਸਰੀਰ ਤੋਂ ਨਿਕਲ ਗਏ ਨੇ, ਸਰੀਰ ਜਦੋਂ ਛੱਡ ਦੇਣਾ ਕੀਤਾ ਆਪਣਾ, ਤਿਸ ਕੀ ਸੰਤਤ ਪਾਸ਼ੇ ਰਹੀ। ਇਹਦੇ ਮਰਨ ਦੇ ਪਿੱਛੋਂ ਜਿਹੜੀ ਇਹਦੀ ਸੰਤਾਨ ਸੀ ਨਾ, ਉਹ ਵੀ ਪਿੱਛੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਪਾਸ ਰਹੀ, ਗੋਇੰਦਵਾਲ ਸਾਹਿਬ ਦੇ ਨਗਰ ਵਿੱਚ ਵਸਦੇ ਰਹੇ ਹਨ। ਉਹ ਵੀ ਤਿਨ ਮਤ ਗੁਣ ਅਨੁਸਾਰੀ ਨਹੀਂ। ਪਰ ਕੀ ਹੋਇਆ ਕਿ ਜਿਹੜਾ ਗੁੰਦਾ ਸਿੱਖ ਸੀ, ਇਹਨਾਂ ਦਾ ਵੱਡਾ ਵਡੇਰਾ, ਇਹਨਾਂ ਦਾ ਪਿਤਾ ਕਹਿ ਲੈਣਾ ਕਰੋ, ਉਹ ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਸਦਾ ਹੀ ਅਨੁਸਾਰ ਆ। ਪਰ ਜਿਹੜੀ ਪਿੱਛੇ ਸੰਤਾਨ ਸੀ ਨਾ, ਉਹ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਅਨੁਸਾਰ ਨਹੀਂ ਰਹਿਣਾ ਕੀਤੀ। ਚੌਧਰਤਾ ਹਮਰੇ ਇਮ ਜਾਣੇ, ਸਦਾ ਇਹ ਗੱਲ ਜਾਣਦੇ ਸੀ ਕਿ ਅਸੀਂ ਸਾਰੇ ਨਗਰ ਦੇ ਵਿੱਚੋਂ ਵੱਡੇ ਆ, ਆਪਣੀ ਚੌਧਰਤਾ ਚਲਾਉਂਦੇ ਸਨ। ਇਸ ਪੁਰ ਕੇ ਨਰ ਵਿਖੇ ਮਹਾਨੇ, ਜਿੰਨੇ ਵੀ ਇਸ ਗੋਇੰਦਵਾਲ ਸਾਹਿਬ ਦੇ ਪੁਰ ਦੇ ਵਿੱਚ ਲੋਕ ਰਹਿੰਦੇ, ਲੋਕ ਵਸਦੇ ਨੇ, ਉਹ ਸਾਰੇ ਸਾਡੇ ਤੋਂ ਛੋਟੇ ਨੇ, ਅਸੀਂ ਸਾਰਿਆਂ ਤੋਂ ਮਹਾਨ ਹਾਂ। ਇਸ ਤਰ੍ਹਾਂ ਜਿਹੜੇ ਆਪਣੇ ਆਪ ਬਾਰੇ ਸੋਚਦੇ ਸਨ। ਸਗਰੋ ਨਗਰ ਹਮਾਰੋ ਹੈ, ਜਿਹੜਾ ਇਹ ਸਾਰਾ ਨਗਰ ਹੈ ਨਾ ਗੋਇੰਦਵਾਲ ਸਾਹਿਬ ਦਾ, ਇਹ ਸਾਰਾ ਭਾਈ ਨਗਰ ਸਾਡਾ ਹੈ। ਅਰਪੈ ਭੇਟ ਹੈ ਜੋ ਰਹੈ, ਇੱਥੇ ਜਿਹੜੇ ਰਹਿੰਦੇ ਨੇ ਨਾ, ਉਹ ਸਾਰੇ ਹੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੂੰ ਭੇਟਾ ਅਰਪਣ ਕਰਦੇ ਹਨ ਜਾ ਕਰਕੇ। ਸ੍ਰੀ ਗੁਰ ਕੋ ਕਰ ਹੈ ਵਿਸਾਲਾ, ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿੱਥੇ ਬਿਰਾਜਦੇ ਨੇ, ਗੁਰੂ ਘਰ ਬੜਾ ਵੱਡਾ ਹੈ, ਉੱਥੇ ਜਾ ਕੇ ਨੇਕਾਂ ਸੰਗਤਾਂ ਆਉਂਦੀਆਂ ਨੇ, ਭੇਟਾ ਅਰਪਣ ਕਰਦੀਆਂ ਹਨ। ਦੇਤ ਨਹੀਂ ਸੋ ਕੁਛ ਕਿਸ ਕਾਲਾ, ਪਰ ਕਿਸੇ ਵੀ ਸਮੇਂ ਤੇ ਆ ਕੇ ਸਾਨੂੰ ਕੋਈ ਵੀ ਕੁਝ ਨਹੀਂ ਦਿੰਦਾ। ਅਸੀਂ ਸਾਰੇ ਨਗਰ ਨੂੰ ਵੱਡੇ, ਆਪਣੇ ਆਪ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੋਂ ਵੱਡੇ ਸਮਝਦੇ, ਸੋਚਦੇ ਨੇ ਅਸੀਂ ਸਾਰੇ ਨਗਰ ਤੋਂ ਵੱਡੇ ਮਹਾਨ ਹਾਂ, ਚੌਧਰੀ ਹਾਂ। ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ ਤੇ ਜਾ ਕੇ, ਦਰ ਤੇ ਜਾ ਕੇ ਗੁਰੂ ਘਰ ਦੇ ਸਾਰੇ ਭੇਟਾ ਅਰਪਣ ਕਰਦੇ ਨੇ। ਆਵਤ ਇਨਕੇ ਦਰਬ ਬਡੇਰੇ, ਉਹਨਾਂ ਦੇ ਘਰ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਕੋਲ ਜਿਹੜਾ ਬਹੁਤ ਜ਼ਿਆਦਾ ਧਨ ਆਉਂਦਾ ਹੈ। ਚਲਹਿ ਦੇਗ ਨਰ ਅਚਹਿ ਕਨੇਰੇ, ਇਸ ਧਨ ਦੇ ਕਰਕੇ, ਧਨ ਦੇ ਨਾਲ ਗੁਰੂ ਘਰ ਦੇ ਵਿੱਚ ਲੰਗਰ ਚੱਲਦਾ ਹੈ, ਨੇਕਾਂ ਹੀ ਲੋਕ ਆ ਕਰਕੇ ਸਿੱਖ ਸੰਗਤਾਂ ਛਕਦੀਆਂ ਹਨ। ਉਚਿਤ ਅਬਹਿ ਇਣਤੇ ਤਨ ਲੀਜੇ, ਇਹੀ ਬਣ ਆਉਂਦਾ ਹੈ ਕਿ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਪਾਸੋਂ ਅਸੀਂ ਧਨ ਲੈਣਾ ਸ਼ੁਰੂ ਕਰ ਦਈਏ। ਕਿ ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਧਨ ਲੈਂਦੇ ਨੇ, ਸੰਗਤਾਂ ਉਹਨਾਂ ਨੂੰ ਦਿੰਦੀਆਂ ਨੇ, ਅਸੀਂ ਸਾਰੇ ਨਗਰ ਦੇ ਵਿੱਚੋਂ ਵੱਡੇ ਆ, ਮਹਾਨ ਹਾਂ, ਅਸੀਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸੋਂ ਜਿਹੜਾ ਧਨ ਲੈਣਾ ਸ਼ੁਰੂ ਕਰ ਦੇਣਾ ਕਰੀਏ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ, ਸੋਚਦੇ ਹਨ। ਹੱਕ ਚੌਧਰਤਾ ਕੋ ਕਹਿ ਦੀਜੇ, ਜਿਹੜਾ ਸਾਡਾ ਹੱਕ ਹੈ ਨਾ, ਚੌਧਰਤਾ ਅਸੀਂ ਵੱਡੇ ਆ, ਉਹ ਜਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਅੱਗੇ ਜਨਾਨ ਦਈਏ, ਕਿ ਦੱਸ ਦਈਏ ਕਿ ਅਸੀਂ ਸਾਰੇ ਨਗਰ ਤੋਂ ਵੱਡੇ, ਸਾਨੂੰ ਭੇਟਾ ਦੇਵੋ। ਪ੍ਰਥਮ ਆਮਦਨ ਧਨ ਕੀ ਥੋੜੀ, ਸੋਚਦੇ ਨੇ ਤੇ ਆਪਸ ਵਿੱਚ ਵਿਚਾਰਾਂ ਕਰਦੇ ਨੇ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਜਿਹੜੀ ਥੋੜੀ ਆਮਦਨ ਆਉਂਦੀ ਸੀ, ਥੋੜੀ ਭੇਟਾ ਆਉਂਦੀ ਸੀ। ਅਬ ਚਹੁ ਦਿਸ਼ਤੇ ਆਏ ਅਕੋਰੀ, ਹੁਣ ਤਾਂ ਲੱਖਾਂ ਹੀ ਸੰਗਤਾਂ ਆਉਂਦੀਆਂ ਨੇ, ਚੌਹਾਂ ਦਿਸ਼ਾਂ ਦੇ ਵਿੱਚੋਂ ਬੜੀ ਜ਼ਿਆਦੀ ਭੇਟਾ ਆਉਂਦੀ ਹੈ। ਮਤ ਮਲੀਨ ਮਿਥਿਆ ਅਭਿਮਾਨੀ, ਕਵੀ ਜੀ ਕਹਿੰਦੇ ਨੇ ਕਿ ਭਾਈ ਇਸ ਤਰ੍ਹਾਂ ਮਾਇਆ ਦਾ ਲਾਲਚ ਕਰਕੇ ਜਿਹੜੀ ਇਹਨਾਂ ਦੀ ਮਤ ਹੈ ਨਾ, ਮਲੀਨ ਹੋ ਗਈ, ਬਿਮਾਰੀ
ਬੇਈਮਾਨੀ ਹੋ ਜਾਣਾ ਕੀਤੇ ਨੇ। ਨਿਕਟ ਗੁਰੂ ਨਹਿ ਮਹਿਮਾ ਜਾਨੀ। ਪਰ ਸਤਿਗੁਰਾਂ ਦੇ ਪਾਸ ਰਹਿੰਦਿਆਂ ਹੋਇਆਂ ਵੀ, ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੋਂ ਵੱਡਾ ਜਾਣਿਆ, ਤੇ ਜਿਹੜੀ ਸਤਿਗੁਰੂ ਸਾਹਿਬ ਮਹਾਰਾਜ ਦੀ ਮਹਿਮਾ ਸੀ ਨਾ, ਉਹਨੂੰ ਜਾਣਨਾ ਨਹੀਂ ਕੀਤਾ ਇਹਨਾਂ ਮੂਰਖਾਂ ਨੇ। ਤੀਰਥ ਬਾਸੀ ਜਿਮ ਨਰ ਹੋਵਹਿ। ਕਾਰਨ ਦੇ ਵਜੋਂ ਦੇ ਕੇ ਦੱਸਦੇ ਨੇ ਕਿ ਜਿਵੇਂ ਕੋਈ ਬੜਾ ਵੱਡਾ ਮਹਾਨ ਤੀਰਥ ਹੋਵੇ ਸੰਸਾਰ ਦਾ, ਉੱਥੇ ਲੱਖਾਂ ਹੀ ਲੋਕ ਵਸਦੇ ਹਨ, ਨਹੀਂ ਮਹਾਤਮ ਜਿਨ ਕੋ ਜੋਵਹਿ। ਪਰ ਜਿਨ੍ਹਾਂ ਦੇ ਕੋਲ ਗੰਗਾ ਵਰਗਾ ਤੀਰਥ ਹੈ, ਉੱਥੇ ਵਸਣ ਵਾਲਿਆਂ ਨੂੰ ਉਸ ਤੀਰਥ ਦਾ ਮਹਾਤਮ ਪਤਾ ਨਹੀਂ ਹੁੰਦਾ, ਕਿ ਉਹਦੀ ਓਨੀ ਵਡਿਆਈ, ਉਹਦੀ ਮਹਿਮਾ ਨਹੀਂ ਜਾਣਦੇ ਉਹਦੇ ਪਾਸ ਰਹਿ ਕਰਕੇ। ਨਹਿ ਸ਼ਰਧਾ ਸੋ ਦੇਹ ਇਸ਼ਨਾਨਹਿ। ਉਹ ਸ਼ਰਧਾ ਦੇ ਨਾਲ ਉਸ ਤੀਰਥ ਦੇ ਇਸ਼ਨਾਨ ਕਰਦੇ ਨੇ, ਤੀਰਥ ਦੇ ਵਸਣ ਵਾਲੇ। ਨਿਸ ਦਿਨ ਮੂੜ ਅਵਗਿਆ ਠਾਨਹਿ। ਤੇ ਨਿਸ ਦਿਨ ਰਾਤ ਦਿਨ ਹੀ ਉਸ ਤੀਰਥ ਦੀ ਅਵਗਿਆ ਕਰਦੇ ਨੇ। ਕਹਿਣ ਤੋਂ ਭਾਵ ਕਿ ਜਿਵੇਂ ਗੰਗਾ ਕੋਲ ਵਸਦੀ ਹੋਵੇ ਤੇ ਗੰਗਾ ਦਾ ਅਦਬ ਸਤਿਕਾਰ ਨਾ ਕਰਨਾ, ਤੀਰਥ ਦਾ, ਤੀਰਥ ਦੇ ਇਸ਼ਨਾਨ ਨਾ ਕਰਨਾ। ਜਾਹੇ ਦੂਰ ਤੇ ਸਾਦਰ ਮੱਝੇ। ਪਰ ਕਵੀ ਜੀ ਕਹਿੰਦੇ ਨੇ ਕਿ ਪਾਸ ਰਹਿੰਦੇ ਹੋਏ ਜਿਹੜੇ ਲੋਕ ਨੇ, ਤੀਰਥ ਦੇ ਰਹਿਣ ਵਾਲੇ, ਉਹ ਤੇ ਕੋਈ ਫਲ ਪ੍ਰਾਪਤ ਕਰਦੇ ਨਹੀਂ ਇਸ਼ਨਾਨ ਕਰਕੇ, ਪਰ ਦੂਰ ਦੇਸ਼ਾਂ ਦੇ ਰਹਿਣ ਵਾਲੇ ਜਿਹੜੇ ਲੋਕ ਹਨ, ਸ਼ੁਭ ਫਲ ਪ੍ਰਾਪਤ ਕਲਮਲ ਭਜੇ। ਤੇ ਉੱਥੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਦੂਰ ਰਹਿਣ ਵਾਲੇ ਲੋਕ। ਜਿਹੜੇ ਲਾਗੇ ਰਹਿੰਦੇ ਨੇ ਉਹਨਾਂ ਨੂੰ ਸਾਰ ਨਹੀਂ ਪਤਾ ਕਿ ਇਹਦਾ ਮਹਾਤਮ ਕੀ ਹੈ, ਪਰ ਦੂਰ ਦੇਸ਼ਾਂ ਦੇ ਰਹਿਣ ਵਾਲੇ ਲੋਕ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ, ਆਪਣੇ ਚੰਗੇ ਭਾਗ ਸਮਝਦੇ ਨੇ, ਆਪਣੇ ਪਾਪਾਂ ਨੂੰ ਦੂਰ ਕਰਦੇ ਹਨ ਇਸ਼ਨਾਨ ਕਰਕੇ। ਤਿਮ ਇਹੋ ਮੂਰਖ ਹਿਰਦੇ ਮਲੀਨੇ। ਤੇ ਭਾਈ ਸਰੋਤਿਓ, ਐਵੇਂ ਜਾਣ ਲਓ ਕਿ ਜਿਹੜੇ ਮੂਰਖ ਨੇ ਨਾ, ਗੰਗਾ ਲਾਗੇ ਵਹਿ ਰਹੀ ਹੈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਜਿਹੜੀ ਮਹਿਮਾ ਹੈ ਨਾ, ਮੂਰਖ ਜਾਣਦੇ ਨਹੀਂ ਹਨ। ਗੁਰੂ ਮਹਾਤਮ ਨਹਿ ਬਣ ਚੀਨੇ। ਜਿਹੜਾ ਸਤਿਗੁਰਾਂ ਦਾ ਅਸਲੀ ਮਹਾਤਮ ਸੀ, ਸਤਿਗੁਰਾਂ ਦਾ ਜਸ ਜੀ, ਜੋ ਸਤਿਗੁਰੂ ਸਾਹਿਬ ਮਹਾਰਾਜ ਦੀ ਵਡਿਆਈ ਸੀ ਨਾ, ਇਹ ਉਹ ਜਾਣਦੇ ਨਹੀਂ ਹਨ। ਸਤਿਗੁਰ ਨਿਕਟ ਜਾਏ ਕਰ ਬੈਸੈ। ਇਸੇ ਤਰ੍ਹਾਂ ਇੱਕ ਦਿਨ ਇਹਨਾਂ ਨੇ ਵਿਚਾਰ ਕੀਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਜਾ ਕੇ ਭਾਈ ਬੈਠ ਗਏ ਧੰਨ ਲੈਣ ਵਾਸਤੇ। ਲੱਗੇ ਅਵਗਿਆ ਕਰਨ ਕੁਡਾਲੀ। ਲੱਗੇ ਅਵਗਿਆ ਕਰਨ ਕੁਡਾਲੀ। ਫਿਰ ਐਸੀ ਜਿਹੜੀ ਮਾੜੀ ਰੀਤੀ ਇਹ ਧਾਰਨ ਕਰਕੇ, ਖੋਟੀ ਚਾਲ ਵਾਲੇ ਜਿੰਨੇ ਵੀ ਭਾਈ ਗੋਂਦੇ ਤੋਂ ਬਾਅਦ ਉਪਰੰਤ ਉਹਦੀ ਸੰਤਾਨ ਦੇ ਪੁੱਤਰ ਸੀ, ਸਾਰੇ ਹੀ ਭਾਈ ਖੋਟੀ ਚਾਲ ਕਰ ਲੱਗੇ ਹਨ। ਹੰਕਾਰੀ ਦੁਰਮਤੀ ਕੁਚਾਲੀ। ਕਵੀ ਦੱਸਦੇ ਨੇ ਜਿਹੜੇ ਬੜੇ ਜ਼ਿਆਦੇ ਹੰਕਾਰੀ ਸੀ, ਦੁਰਮਤੀ ਸਨ, ਮਾੜੀ ਮੱਤ ਮਾਰੇ ਸਨ, ਮਾੜੀ ਚਾਲ ਵਾਲੇ ਸਨ। ਸਤਿਗੁਰ ਨਿਕਟ ਜਾਏ ਕਰ ਬੈਸੇ। ਇਸੇ ਤਰ੍ਹਾਂ ਮਾੜੀ ਮੱਤ ਕਰਕੇ, ਸਤਿਗੁਰੂ ਦੀ ਮਹਿਮਾ ਤੋਂ ਅਣਜਾਣ, ਖੋਟੀ ਚਾਲ ਕਰਨ ਦੇ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਜਾ ਕੇ ਬੈਠੇ ਹਨ। ਧਰੇ ਲੋਭ ਬੋਲੇ ਤਬ ਐਸੇ। ਇਸ ਤਰ੍ਹਾਂ ਲੋਭ ਨੂੰ ਧਾਰਨ ਕਰਕੇ ਭਾਈ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਤਾਈ ਇਹਨਾਂ ਨੇ ਬਚਨ ਕੀਤੇ ਨੇ। ਹੁਣ ਕੀ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਕਿਹਾ, ਜਾਂ ਕਿਵੇਂ ਇਹਨਾਂ ਨੇ ਵਾਰਤਾਲਾਪ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਕੀਤੀ, ਕਿਵੇਂ ਧੰਨ ਮੰਗਿਆ, ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਅੱਜ ਦੀ ਗੁਰ ਇਤਿਹਾਸ ਦੀ ਕਥਾ ਵਿਚਾਰ ਆਈ ਹੈ। ਦਾਸ ਦੇ ਪਾਸੋਂ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਇੱਕ ਨਹੀਂ, ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ। ਅੱਗੇ ਵਾਸਤੇ ਸਮੱਧ ਭੁੱਲਾਂ ਮੇਰੀਆਂ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਜਾਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਜੀ, ਤਾਂ ਜੋ ਸਾਡੇ ਲੋਕ ਸੁਖੀਏ ਪਰਲੋਕ ਸਹੇਲੇ ਸਾਰਿਆਂ ਦੇ ਹੋ ਜਾਣ। ਹੁਣ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਤਿਗੁਰ ਨਿਕਟ ਜਾਏ ਕਰ ਬੈਸੇ। ਧਰੇ ਲੋਭ ਬੋਲੇ ਤਬ ਐਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ।